ਸੋ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਅੰਮ੍ਰਿਤ ਦੀ ਵਰਖਾ ਇਸ ਪਾਵਨ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਪ੍ਰਵਾਹ ਲਗਾਤਾਰ ਚੱਲ ਰਿਹਾ। ਅੰਮ੍ਰਿਤ ਵੇਲੇ ਤੋਂ ਰੱਬੀ ਕੀਰਤਨ ਆਪ ਗੁਰ ਸੰਗਤਾਂ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚੰਦ ਮਟਾਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਗੁਰੂ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਪ ਦਰਸ਼ਨ ਕਰ ਰਹੇ ਹੋ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਹਰ ਗੁਰਸਿੱਖ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਆਪਣੇ ਸਤਿਗੁਰ ਦੇ ਪਾਵਨ ਚਰਨਾਂ ਚੋਂ ਅੰਮ੍ਰਿਤ ਸੰਦੇਸ਼ ਅਮਰ ਉਪਦੇਸ਼ ਜੀਵਨ ਨੂੰ ਸਫਲ ਕਰਨ ਵਾਲੀ ਬਾਣੀ, ਜੀਵਨ ਨੂੰ ਸਫਲ ਕਰਨ ਵਾਲੇ ਸਤਿਗੁਰਾਂ ਦੇ ਅਮਰ ਪ੍ਰਵਚਨ ਗੁਰ ਸੰਗਤਾਂ ਜਿੱਥੇ ਸਰਵਣ ਕਰਦੀਆਂ ਉਸਨੇ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਸਫਲ ਕਰਦੀ ਹੈ। ਸੋ ਗੁਰੂ ਪਿਆਰਿਓ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਜਿਹਨੇ ਕਦਮ ਚੱਲ ਕੇ ਆਏ, ਜਿਨ੍ਹਾਂ ਰਸਤਿਆਂ ਰਾਹੀਂ ਚੱਲ ਕੇ ਆਏ, ਉਹਨਾਂ ਕਦਮਾਂ ਦਾ, ਉਹਨਾਂ ਰਾਹਾਂ ਦਾ, ਉਹਨਾਂ ਥਾਵਾਂ ਦਾ ਧੰਨਵਾਦ ਕਰਦੇ ਹਾਂ। ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੀ ਚਰਨਾਂ ਦੇ ਵਿੱਚ ਬੈਠਣ ਦਾ, ਜੁੜਨ ਦਾ, ਗੁਰਬਾਣੀ ਸੁਣਨ ਦਾ ਸੁਭਾਗ ਬਖਸ਼ਿਆ। ਸੋ ਗੁਰੂ ਪਿਆਰਿਓ, ਅਸੀਂ ਲਗਾਤਾਰ 15-18 ਦਿਨ ਵਿਦੇਸ਼ ਦੀ ਧਰਤੀ ਦੇ, ਇੰਗਲੈਂਡ ਦੀ ਧਰਤੀ ਦੇ ਉੱਤੇ ਸਮਾਗਮ ਦੇ ਵਿੱਚ ਗਏ ਸੀ, ਜਿੱਥੇ ਢੇਰ ਸਾਰਾ ਪਿਆਰ, ਸਤਿਕਾਰ, ਸਨਮਾਨ ਉਹਨਾਂ ਸੰਗਤਾਂ ਨੂੰ ਭੇਜਿਆ ਜੋ ਸੇਵਾ ਦੇ ਕਾਰਜ ਦੇ ਵਿੱਚ ਪਵਿੱਤਰ ਵੇਦ ਦੀ ਸਾਂਭ ਸੰਭਾਲ, ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਪਲਾਂਟੇਸ਼ਨ, ਪਿੰਡਾਂ ਵਿੱਚ ਸੀਵਰੇਜ ਸਿਸਟਮ ਜੋ ਗੋਇੰਦਵਾਲ ਸਾਹਿਬ ਸੇਵਾ ਦਾ ਕਾਰਜ ਚੱਲ ਰਿਹਾ, ਉਹਦੇ ਵਾਸਤੇ ਬਹੁਤ ਆਦਰ ਸਤਿਕਾਰ ਸਨਮਾਨ ਇਹਨਾਂ ਕਾਰਜਾਂ ਨੂੰ ਗੁਰ ਸੰਗਤਾਂ ਨੇ ਦਿੱਤਾ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਜਿਹੜੇ ਰਹਿੰਦੇ ਕਾਰਜ ਆ ਉਹ ਸਤਿਗੁਰੂ ਸੰਪੂਰਨ ਕਰਾਉਣ। ਸੋ ਗੁਰੂ ਪਿਆਰਿਓ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਪਰਮੇਸ਼ਰ ਦਾ ਨਾਮ ਸੱਚ ਆ, ਉਹਦੀ ਵਡਿਆਈ, ਉਹਦੀ ਉਸਤਤ ਸੋਭਾ, ਉਹਦੀ ਵਿਚਾਰ ਕਰਨੀ, ਉਸ ਵਿਚਾਰ ਦੇ ਉੱਤੇ ਚੱਲਣਾ, ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਸੋ ਗੁਰੂ ਪਿਆਰਿਓ, ਸਤਿਗੁਰ ਦੀ ਮਿਹਰ ਹੈ, ਸਤਿਗੁਰ ਦਾ ਮਿਹਰ ਭਰਿਆ ਹੱਥ ਆ, ਤਾਂ ਹੀ ਗੁਰੂ ਚਰਨਾਂ ਵਿੱਚ ਆਪਾਂ ਪਹੁੰਚਦੇ ਹਾਂ। ਇਹ ਗੁਰੂ ਕਿਰਪਾ ਕਰਦਾ, ਜਦੋਂ ਮਿਹਰ ਕਰਦਾ ਉਦੋਂ ਮਨ ਦੇ ਅੰਦਰ ਆਵਾਜ਼ ਉੱਠਦੀ ਆ, ਮਨ ਚਾਹੁੰਦਾ ਕਿ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਾਂ। ਤੇ ਜਿਹੜਾ ਦੇ ਹਿਰਦਿਆਂ ਦੇ ਵਿੱਚ ਭਾਵਨਾ ਹੁੰਦੀ ਹੈ ਉਹ ਅੰਮ੍ਰਿਤ ਵੇਲੇ ਉੱਠਦੇ ਆ। ਜਿਹੜਾ ਅੰਮ੍ਰਿਤ ਵੇਲਾ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ, ਤੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ, ਉਹ ਅੰਮ੍ਰਿਤ ਵੇਲੇ ਕਦੇ ਸੁੱਤੇ ਨਹੀਂ ਰਹਿ ਸਕਦੇ। ਉਹਨਾਂ ਦੇ ਅੰਦਰੋਂ ਆਵਾਜ਼ਾਂ ਆਉਂਦੀਆਂ, ਭਾਈ ਸਤਿਗੁਰ ਦੇ ਦਰਸ਼ਨ ਕਰਨੇ ਆ, ਬਾਣੀ ਸੁਣਨੀ ਆ, ਬਾਣੀ ਪੜ੍ਹਨੀ ਆ, ਗੁਰੂ ਦੇ ਦੱਸੇ ਹੋਏ ਉਪਦੇਸ਼ ਅਨੁਸਾਰ ਮਨ ਗੁਰੂ ਚਰਨਾਂ ਦੇ ਨਾਲ ਜੋੜਨਾ, ਸ਼ਬਦ ਦੇ ਨਾਲ ਜੋੜਨਾ। ਤੇ ਜੋ ਗੁਰਮੁਖ ਪਿਆਰਿਓ, ਜਿਹੜੇ ਮਾਂ ਬਾਪ ਅੰਮ੍ਰਿਤ ਵੇਲੇ ਉੱਠਦੇ ਆ,
ਇਸ਼ਨਾਨ ਕਰਦੇ ਆ, ਗੁਰੂ ਚਰਨਾਂ ਵਿੱਚ ਜਾ ਕੇ ਗੁਰੂ ਦੀਆਂ ਬਖਸ਼ਿਸ਼ਾਂ ਲੈਂਦੇ ਆ। ਉਹਨਾਂ ਦੇ ਬੱਚੇ ਵੀ ਮਾਂ ਬਾਪ ਦੇ ਨਾਲ ਆਉਂਦੇ ਆ। ਆਪਾਂ ਕਈ ਵਾਰ ਕਹਿੰਦੇ ਕਿ ਬੱਚੇ ਨਵੇਂ ਯੁੱਗ ਦੇ ਬੱਚੇ ਆ, ਇਹ ਗੁਰਦੁਆਰੇ ਘੱਟ ਜਾਂਦੇ ਆ, ਇਹ ਬਾਣੀ ਨਹੀਂ ਪੜ੍ਹਦੇ। ਨਹੀਂ, ਇਹਨਾਂ ਬੱਚਿਆਂ ਦੇ ਵਿੱਚ ਬਹੁਤ ਕੁਛ ਆ। ਪਰ ਜਿਹੜੇ ਬੱਚਿਆਂ ਦੇ ਮਾਂ ਬਾਪ ਨਹੀਂ ਗੁਰੂ ਘਰ ਜਾਂਦੇ, ਉਹ ਬੱਚੇ ਕਿਵੇਂ ਜਾਣਗੇ? ਜਿਹਨਾਂ ਦਾ ਮਾਂ ਬਾਪ ਆਪ ਅੰਮ੍ਰਿਤ ਵੇਲੇ ਨਹੀਂ ਉੱਠਦਾ, ਉਹਨਾਂ ਦੇ ਬੱਚੇ ਕਿਵੇਂ ਉੱਠਣਗੇ? ਪਾਸੇ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਕਿ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ। ਇਸ਼ਨਾਨ ਕਰਨ ਦਾ ਕੀ ਫਲ ਮਿਲੂਗਾ? ਤੇਰੇ ਮਨ ਦੇ ਤੇ ਤਨ ਦੇ ਦੋਨੋਂ ਰੋਗ ਦੂਰ ਹੋ ਜਾਣਗੇ। ਰੋਗ ਦੋ ਤਰ੍ਹਾਂ ਦੇ ਆ, ਇੱਕ ਸਰੀਰ ਨੂੰ ਰੋਗ ਲੱਗ ਜਾਂਦੇ ਆ, ਇੱਕ ਰੋਗ ਜਿਹੜੇ ਹੈਗੇ ਆ ਉਹ ਮਨ ਨੂੰ ਲੱਗਦੇ ਆ। ਜਿਹੜੇ ਸਰੀਰ ਵਾਲੇ ਰੋਗ ਆ ਉਹਨਾਂ ਦਾ ਤੇ ਆਪਾਂ ਇਲਾਜ ਕਰਾਉਂਦੇ ਰਹਿੰਦੇ ਆ। ਕਦੇ ਡਾਕਟਰ ਕੋਲ ਟੀਕਾ ਲਵਾਉਂਦੇ ਆ, ਗੋਲੀਆਂ ਲੈਂਦੇ ਆ ਕਿ ਮੈਂ ਠੀਕ ਨਹੀਂ। ਪਰ ਜਿਹੜਾ ਮਨ ਦੇ ਰੋਗ ਆ ਉਹ ਬੰਦੇ ਨੂੰ ਸੌਣ ਵੀ ਨਹੀਂ ਦਿੰਦੇ। ਜਿਹੜਾ ਮਾਨਸਿਕ ਰੋਗੀ ਬੰਦਾ ਉਹ ਬੇਚੈਨ ਹੋ ਜਾਂਦਾ, ਉਹ ਮਨ ਦੇ ਰੋਗ ਆ। ਆਸਾ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਉਹਦੇ ਦੋਨੋਂ ਹੀ ਰੋਗ ਦੂਰ ਹੋ ਜਾਂਦੇ ਆ। ਜਿਹੜੇ ਮਨ ਦੇ ਰੋਗ ਵੀ ਉਹ ਵੀ ਦੂਰ ਹੋ ਜਾਂਦੇ ਆ, ਤੇ ਜਿਹੜੇ ਤਨ ਨੂੰ ਰੋਗ ਲੱਗੇ ਆ ਉਹ ਵੀ ਹਟ ਜਾਂਦੇ ਆ। ਮਨ ਤਨ ਭੈ ਅਰੋਗਾ। ਅਰੋਗੇ ਦਾ ਭਾਵ ਰੋਗ ਰਹਿਤ ਹੋ ਜਾਊਗਾ। ਤੇ ਹੋਰ ਕੀ ਲਾਹਾ ਮਿਲਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਚਰਨਾਂ ਵਿੱਚ ਜਾਂਦੇ ਆ? ਕੋਟ ਵਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਜਦੋਂ ਗੁਰਮੁਖ ਪਿਆਰੋ ਆਪਾਂ ਸਤਿਗੁਰ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੰਦੇ ਆ, ਸਿਰ ਝੁਕਾ ਦਿੰਦੇ ਆ, ਸਤਿਗੁਰ ਦੀ ਸ਼ਰਨ ਵਿੱਚ ਆ ਜਾਂਦੇ ਆ, ਤੇ ਪਾਤਸ਼ਾਹ ਕਹਿੰਦੇ ਕੋਟ ਵਿਗਨ ਲਾਥੇ ਪ੍ਰਭ ਸਰਨਾ। ਜਦੋਂ ਅਸੀਂ ਆਪਣਾ ਸੀਸ ਗੁਰੂ ਚਰਨਾਂ ਵਿੱਚ ਝੁਕਾਉਂਦੇ ਆ, ਤੇ ਜਿਹੜਾ ਸਾਡੇ ਸੀਸ ਦੇ ਉੱਤੇ ਉਹ ਪਾਪਾਂ ਦਾ ਭਾਰ ਲੱਦਿਆ ਹੁੰਦਾ, ਸਾਡੀਆਂ ਜਾਣੇ ਅਣਜਾਣੇ ਕੀਤੀਆਂ ਗਲਤੀਆਂ ਦਾ ਭਾਰ ਜਿਹੜਾ ਹੈ ਉਹ ਸਾਡੇ ਸਿਰ ਤੇ ਚੜਿਆ ਹੁੰਦਾ। ਤੇ ਜਦੋਂ ਅਸੀਂ ਉਹ ਸਿਰ ਸਤਿਗੁਰ ਦੇ ਸ਼ਰਨ ਵਿੱਚ ਭੇਟ ਕਰ ਦਿੰਦੇ ਆ, ਸੀਸ ਝੁਕਾ ਦਿੰਦੇ ਆ, ਉਹ ਸਾਰੇ ਜਿਹੜੇ ਪਾਪਾਂ ਦਾ ਭਾਰ ਜਿਹੜਾ ਹੈ ਉਹ ਵੀ ਗੁਰੂ ਸ਼ਰਨ ਵਿੱਚ ਆਉਣ ਦੇ ਨਾਲ ਲੱਥ ਜਾਂਦਾ। ਕੋਟ ਵਿਗਨ, ਵਿਗਨ ਭਾਵ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਰਾਹ ਦੀਆਂ ਰੁਕਾਵਟਾਂ, ਇੱਕ ਨਹੀਂ ਕੋਟ ਕਰੋੜਾਂ ਲੱਖਾਂ ਹਜ਼ਾਰਾਂ। ਕੋਟ ਵਿਗਨ ਲਾਥੇ ਪ੍ਰਭ ਸਰਨਾ, ਪ੍ਰਭੂ ਦੀ ਸ਼ਰਨ ਵਿੱਚ ਜਾਣ ਦੇ ਨਾਲ ਹੋਰ ਕੀ ਮਿਲਦਾ? ਪ੍ਰਗਟੇ ਭਲੇ ਸੰਜੋਗਾ। ਭਲਿਆਂ ਦੇ ਨਾਲ ਸੰਜੋਗ ਜੁੜਦੇ ਆ। ਜਿਹੜੇ ਭਲੇ ਪੁਰਸ਼ਾਂ, ਬਾਣੀ ਨੂੰ ਮੰਨਣ ਵਾਲੇ, ਗੁਰੂ ਨੂੰ ਮੰਨਣ ਵਾਲੇ, ਗੁਰੂ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਵਾਂਗੇ ਤੇ ਉੱਥੇ ਕੀ ਕੌਣ ਮਿਲਣਗੇ? ਗੁਰੂ ਦੇ ਪਿਆਰੇ ਮਿਲਣਗੇ, ਜਿਨ੍ਹਾਂ ਦੇ ਅੰਦਰ ਉਹ ਸਮਝ ਆ, ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖਿਆ। ਉਹ ਹੱਥ ਰੱਖੇ ਵਾਲੇ ਪਿਆਰੇ ਗੁਰਸਿੱਖ ਗੁਰਮੁਖ, ਉਹਨਾਂ ਦੇ ਨਾਲ ਸੰਜੋਗ ਜੁੜਨਗੇ, ਭਲਿਆਂ ਦੇ ਨਾਲ ਮਿਲਾਪ ਹੋਊਗਾ। ਤੇ ਭਲਿਆਂ ਨਾਲ ਮਿਲ ਕੇ ਇਨਸਾਨ ਭਲਾ ਬਣ ਜਾਂਦਾ, ਭਲਾ ਪੁਰਸ਼ ਬਣ ਜਾਂਦਾ, ਭਲੇ ਦੀਆਂ ਗੱਲਾਂ ਕਰਦਾ, ਭਲਾਈ ਦੀਆਂ ਗੱਲਾਂ ਕਰਦਾ, ਸੱਚ ਦੀਆਂ ਗੱਲਾਂ ਕਰਦਾ, ਸੱਚਾਈ ਦੀਆਂ ਗੱਲਾਂ ਕਰਦਾ। ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਚਰਨਾਂ ਵਿੱਚ ਜਾਣ ਦਾ ਐਡਾ ਵੱਡਾ ਮਹਾਤਮਾ ਕਿ ਜਿਹੜੇ ਕਰੋੜਾਂ ਰਾਹ ਦੀਆਂ ਰੁਕਾਵਟਾਂ ਵਾ ਉਹ ਦੂਰ ਹੋ ਜਾਂਦੀਆਂ। ਸੋ ਸਤਿਗੁਰ ਦੀ ਸ਼ਰਨ ਵਿੱਚ ਆਉਣਾ, ਸਤਿਗੁਰ ਦੇ ਦਰਸ਼ਨ ਕਰਨੇ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ।
ਅੰਦਰ ਜਿਹੜੇ ਸਤਿਗੁਰੂ ਨੂੰ ਆਰਾਧਦੇ ਆ, ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰੂ ਨਾਮ, ਜਿਹੜੀ ਜੇਵਾ ਨਾ ਜਵਾਨ ਆ, ਇਹ ਸਾਨੂੰ ਗੁਰੂ ਦਾ ਨਾਮ ਜਪਣ ਵਾਸਤੇ ਦਿੱਤੀ ਹੈ। ਜਦੋਂ ਅਸੀਂ ਸ਼ਬਦ ਬੋਲਦੇ ਆ ਤੇ ਸਾਨੂੰ ਬਾਣੀ ਉੱਚੀ ਉੱਚੀ ਬੋਲਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਰਸਨਾ ਪਵਿੱਤਰ ਹੁੰਦੀ ਹੈ, ਜੇਵਾ ਪਵਿੱਤਰ ਹੁੰਦੀ ਹੈ। ਭਾਵੇਂ ਜਿੰਨੇ ਮਰਜ਼ੀ ਸਾਫ਼ ਪਾਣੀ ਦੇ ਨਾਲ ਮੂੰਹ ਧੋ ਲਓ, ਮੂੰਹ ਪਵਿੱਤਰ ਨਹੀਂ ਹੁੰਦਾ। ਮੁਖ ਪਵਿੱਤਰ ਹੁੰਦਾ ਜਦੋਂ ਜੀਵਾ ਦੇ ਨਾਲ ਅਸੀਂ ਪਰਮੇਸ਼ਰ ਦਾ ਨਾਮ ਜਪਦੇ। ਸੋ ਜੀਵਾ ਦੇ ਨਾਲ ਨਾਮ ਜਪਣਾ, ਨੇਤਰਾਂ ਦੇ ਨਾਲ ਸਤਿਗੁਰ ਦੇ ਦਰਸ਼ਨ ਕਰਕੇ ਸਤਿਗੁਰ ਦੀ ਤਸਵੀਰ ਨੂੰ ਹਿਰਦੇ ਵਿੱਚ ਵਸਾਲਣਾ। ਨੇਤਰੀ ਸਤਿਗੁਰ ਵੇਖਣਾ, ਵੇਖਣਾ ਭਾਵ ਜਿਹੜੀ ਚੀਜ਼ ਨੂੰ ਅਸੀਂ ਦੇਖਦੇ ਹਾਂ ਉਹਨੂੰ ਹਿਰਦੇ ਵਿੱਚ ਵਸਾ ਲੈਣਾ। ਫੋਟੋ ਖਿੱਚ ਲੈਣੀ, ਹਿਰਦੇ ਵਿੱਚ ਉਹ ਫੋਟੋ ਲਾ ਲੈਣੀ, ਇਹਨੂੰ ਕਹਿੰਦੇ ਵੇਖਣਾ। ਭਾਵ ਸਾਡਾ ਮਨ ਹੀ ਗੁਰੂ ਚਰਨਾਂ ਦੇ ਨਾਲ ਟਿਕ ਜਾਣਾ, ਅੱਗੇ ਪਿੱਛੇ ਹੋਣਾ ਹੀ ਨਹੀਂ। ਤੇ ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਨਾ। ਜਿਹੜਾ ਜੀਵਾ ਅੰਦਰ ਸਤਿਗੁਰ ਦੀ ਆਰਾਧਨਾ ਕਰਦਾ, ਜੀਵਾ ਦੇ ਨਾਲ ਗੁਰੂ ਦਾ ਜਪ ਕਰਦਾ, ਕੰਨਾਂ ਦੇ ਨਾਲ ਗੁਰੂ ਦਾ ਜਸ ਸਰਵਣ ਕਰਦਾ, ਕਹਿੰਦਾ ਇਹ ਪਾਸੇ ਕਹਿੰਦੇ ਇਹੋ ਜਿਹਾ ਰੰਗਿਆ ਹੋਇਆ ਇਨਸਾਨ ਸਤਿਗੁਰ ਸਿੱਧੀ ਰਤਿਆ। ਰਤਾ ਭਾਵ ਰੰਗਿਆ, ਰੱਬ ਦੇ ਰੰਗਾਂ ਵਿੱਚ ਰੰਗਿਆ। ਉਹਨਾਂ ਨੂੰ ਕੀ ਮਿਲਦਾ? ਦਰਗਾਹ ਦੇ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਸੋ ਗੁਰਮੁਖ ਕਰਿਓ, ਆਪਾਂ ਸਾਰਾ ਜੀਵਨ ਇਸ ਧਰਤੀ ਤੇ ਆਣ ਕੇ ਇਸ ਧਰਤੀ ਤੇ ਰਹਿਣ ਵਾਸਤੇ ਮਕਾਨ, ਖਾਣ ਪਾਨ, ਪਹਿਰਾਵਾ, ਆ ਮੇਰਾ, ਆ ਮੇਰਾ, ਇਹਦੇ ਵਾਸਤੇ ਅਸੀਂ ਲੜੀ ਜਾਂਦੇ ਹਾਂ। ਜਿਸ ਧਰਤੀ ਤੇ ਅਸੀਂ ਰਹਿਣਾ ਨਹੀਂ, ਇਹ ਕੋਈ ਮਤ ਸੋਚੇ ਕਿ ਜੇ ਇੱਥੇ ਮੈਂ ਜ਼ਿਆਦਾ ਪੈੜੀ, ਜ਼ਿਆਦਾ ਪੈਸਾ, ਜ਼ਿਆਦਾ ਰੁਤਬਾ ਹਾਸਲ ਕਰ ਰਿਹਾ ਤੇ ਮੇਰਾ ਇੱਥੇ ਸੀਟ ਪੱਕੀ ਹੋ ਗਈ ਇਸ ਦੁਨੀਆ ਤੇ। ਇਹ ਸਾਰਾ ਕੁਝ ਝੂਠਾ। ਇਹ ਸਾਰਾ ਕੁਝ ਆਪਾਂ ਕਿਸੇ ਦਿਨ ਛੱਡ ਕੇ ਜਾਣਾ। ਜਿੱਦਣ ਆਏ ਸੀ ਉਦੋਂ ਵੀ ਨਾਲ ਕੁਛ ਨਹੀਂ ਲੈ ਕੇ ਆਏ ਸੀ, ਤੇ ਜਿੱਦਣ ਇਸ ਦੁਨੀਆ ਤੋਂ ਜਾਣਾ ਨਾਲ ਸਾਡੇ ਕਿਸੇ ਦੇ ਵੀ ਕੁਛ ਨਹੀਂ ਜਾਣਾ। ਰੋਜ਼ ਜਾਂਦੇ ਅਸੀਂ ਦੇਖਦੇ ਹਾਂ, ਕੁਛ ਲੈ ਕੇ ਨਹੀਂ ਜਾਂਦੇ। ਲੈ ਕੇ ਕੀ ਨਾਲ ਜਾਂਦੇ ਆ? ਚੰਗਿਆਈਆਂ, ਬਰਿਆਈਆਂ, ਵਾਚੇ ਧਰਮ ਹਜ਼ੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਕਹਿੰਦੇ ਆਪੋ ਆਪਣੇ ਕਰਮਾਂ ਦਾ ਫਲ ਲੈ ਕੇ ਜਾਂਦੇ ਆ, ਜੋ ਇੱਥੇ ਆਣ ਕੇ ਇਸ ਦੁਨੀਆ ਦੇ ਉੱਤੇ ਬੀਜਦੇ ਆ। ਸੋ ਜਿਹੜਾ ਬੀਜਣਾ ਹੈ, ਜਦੋਂ ਸੱਚ ਦਾ ਨਾਮ ਹਿਰਦੇ ਵਿੱਚ ਬੀਜਿਆ ਜਾਂਦਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਕੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਬੀਜਣਾ ਕੀ ਹੈ? ਪਰਮੇਸ਼ਰ ਦਾ ਨਾਮ। ਨਾਮ ਬੀਜ, ਨਾਮ ਰੂਪੀ ਬੀਜ ਹਿਰਦੇ ਵਿੱਚ ਬੀਜਣਾ। ਸੰਤੋਖ ਰੂਪੀ ਸੁਹਾਗਾ ਦੇਣਾ। ਸੰਤੋਖੀ ਬਣਨਾ, ਰੱਬ ਨੂੰ ਹਮੇਸ਼ਾ ਕੋਸ਼ਦੇ ਨਹੀਂ ਰਹਿਣਾ ਕਿ ਉਹਨੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਉਹਦਾ ਧੰਨਵਾਦ ਕਰਨਾ। ਸੋ ਕੋ ਵਿਸਰੇ ਜਿਹਨੇ ਸਭ ਕੁਝ ਦਿਆ, ਜਿਹਨੇ ਮਨੁੱਖਾ ਜਨਮ ਦੇ ਦਿੱਤਾ, ਇਹ ਤੋਂ ਵੱਡੀ ਉਹਨੇ ਆਪਾਂ ਨੂੰ ਹੋਰ ਕੀ ਦੇਣਾ ਸੀ? ਉਹ ਸਾਰਾ ਕੁਝ ਦੇ ਦਿੱਤਾ। ਜਿਹੜੇ ਆਪਣੇ ਸਤਿਗੁਰੂ ਦਾ ਹਿਰਦੇ ਵਿੱਚ ਸਨਮਾਨ ਕਰਦੇ ਆ, ਸਤਿਕਾਰ ਕਰਦੇ ਆ, ਬਾਦਸ਼ਾਹ ਮੇਰੇ ਵਰਗੇ ਨਲਾਇਕ ਤਾਂ ਪਤਾ ਨਹੀਂ ਇਸ ਦੁਨੀਆ ਤੇ ਕਿੰਨੇ ਤੁਰੇ ਫਿਰਦੇ ਹੋਣਗੇ। ਤੂੰ ਕਿੰਨੀ ਮਿਹਰ ਕੀਤੀ ਹੈ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ। ਮੈਂ ਤੇਰੇ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ। ਸੰਸਾਰ ਸੁੱਤਾ ਪਿਆ, ਮੈਨੂੰ ਹਲੂਣ ਕੇ ਜਗਾ ਕੇ ਆਪਣੇ ਚਰਨਾਂ ਤੇ ਲੈ ਆਂਦਾ। ਇਹ ਸਤਿਗੁਰੂ ਤੇਰੇ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ? ਕਿਹੜੀ ਚੀਜ਼ ਹੈ ਜਿਹੜੀ ਮੈਂ ਤੇਰੇ ਚਰਨਾਂ ਦੇ ਵਿੱਚ ਭੇਟ ਕਰਾਂ, ਜਿਹੜੀ ਤੈਨੂੰ ਪ੍ਰਵਾਨ ਹੋ ਜਾਵੇ? ਪਾਤਸ਼ਾਹ ਕਿਰਪਾ ਕਰ, ਮਿਹਰ ਕਰ। ਸੜਦੇ ਬਣਦੇ ਤਪਦੇ ਕਲਯੁਗ ਦੇ ਵਿੱਚ ਮੈਨੂੰ ਤੂੰ ਆਪਣੀ ਸ਼ਰਨ ਬਖਸ਼ ਦਿੱਤੀ ਆ। ਪਾਤਸ਼ਾਹ ਤੇਰਾ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ? ਸੋ ਜਿਹਨਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਬੀਜ ਬੀਜਿਆ ਜਾਂਦਾ, ਤੇ ਜਦੋਂ ਬੀਜ ਓਂਕਾਰ ਦਾ ਵੱਡਾ ਹੁੰਦਾ, ਜਿਵੇਂ ਜਿਵੇਂ ਨਾਮ ਦਾ
ਉਹ ਬੀਜ ਫੈਲਦਾ। ਫਿਰ ਦੂਸਰੀ ਬਖਸ਼ਿਸ਼ ਸੰਤੋਖ ਦੀ ਹੈ। ਜਿਹੜਾ ਨਾਮ ਜਪਦਾ ਬੰਦਾ ਜੇ ਉਹ ਸੰਤੋਖੀ ਹੋ ਗਿਆ, ਇਹ ਬੜੀ ਵੱਡੀ ਕਿਰਪਾ ਹੁੰਦੀ ਹੈ, ਉਹ ਨਾਮ ਨੂੰ ਫੜ ਲੱਗਦਾ। ਸੰਤੋਖ ਰੂਪੀ ਸੁਹਾਗਾ ਦੇਣਾ, ਜੋ ਰੱਬ ਦਿੰਦਾ ਉਹਦਾ ਧੰਨਵਾਦ ਕਰਨਾ। ਪਾਤਸ਼ਾਹ ਬਹੁਤ ਦਿੱਤਾ ਹੈ, ਬੜੀ ਕਿਰਪਾ ਕੀਤੀ ਹੈ। ਸੰਤੋਖ ਸੁਹਾਗਾ, ਜਿੱਦਾਂ ਬੀਜ ਨੂੰ ਅਸੀਂ ਬੀਜ ਕੇ ਜ਼ਿਮੀਂਦਾਰ ਕਿਸਾਨ ਉੱਤੇ ਸੁਹਾਗਾ ਦੇ ਦਿੰਦਾ ਵੀ ਕੋਈ ਜਾਨਵਰ ਇਹਨੂੰ ਚੱਕ ਨਾ ਲਵੇ, ਇਹਨੂੰ ਸਹੀ ਗਿੱਲ ਮਿਲ ਜਾਵੇ ਜਿੱਥੇ ਜਾ ਕੇ ਇਹਦਾ ਫੁਟਾਰਾ ਹੋ ਸਕੇ। ਉਹਦੇ ਵਾਸਤੇ ਜਿਹੜਾ ਹੈ ਸੁਹਾਗੇ ਦੀ ਸੰਤੋਖ ਦੀ ਲੋੜ ਹੈ। ਤੇ ਨਾਲ ਜਿਸ ਖੇਤ ਵਿੱਚ ਉਹ ਬੀਜ ਬੀਜਿਆ ਉਹਦੇ ਵਿੱਚ ਅਵਾਰਾ ਪਸ਼ੂ ਉਸ ਖੇਤ ਨੂੰ ਖਰਾਬ ਨਾ ਕਰ ਦੇਣ, ਕਹਿੰਦੇ ਉਹਦੇ ਵਾਸਤੇ ਜ਼ਿਮੀਂਦਾਰ ਜਿਸ ਤਰ੍ਹਾਂ ਵਾੜ ਕਰਦਾ, ਤਾਰ ਲਾਉਂਦਾ ਕਿ ਇਹਦੇ ਵਿੱਚ ਕੋਈ ਜਾਵੇ ਨਾ, ਉਹਦੀ ਰਖਵਾਲੀ ਕਰਦਾ। ਕਹਿੰਦੇ ਉਹ ਰੱਖ ਦੀ ਲੋੜ ਆ, ਉਸ ਵਾੜ ਦੀ ਲੋੜ ਆ, ਸੇਫਟੀ ਦੀ ਲੋੜ ਆ। ਉਹ ਵਾੜ ਕਾਹਦੀ? ਗਰੀਬੀ ਵੇਸ, ਭਾਵ ਨਿਮਰਤਾ ਨੂੰ ਧਾਰਨ ਕਰ ਲੈਣਾ। ਸਾਡੇ ਕੋਲ ਸਾਨੂੰ ਕਿੰਨਾ ਗਿਆਨ ਹੋਵੇ, ਕਿੰਨੀ ਮਾਇਆ ਆ ਜਾਵੇ, ਕਿੰਨੇ ਮਾਣ ਸਤਿਕਾਰ ਮਿਲ ਜਾਣ, ਪਰ ਜੇਕਰ ਮਨ ਨੀਵਾਂ ਰਹਿੰਦਾ ਤੇ ਫਿਰ ਸਮਝ ਲਓ ਉਹ ਬਖਸ਼ਿਸ਼ਾਂ, ਰਹਿਮਤਾਂ, ਉਹ ਬੀਜ ਜਿਹੜਾ ਹੈ, ਉਹ ਖੇਤ ਜਿਹੜਾ ਹੈ ਉਹ ਹਰਿਆ ਭਰਿਆ ਹੋ ਜਾਂਦਾ। ਜਿਨ੍ਹਾਂ ਨੂੰ ਰੱਖ ਜਿਹੜੀ ਹੈ ਉਹ ਗਰੀਬੀ ਭਾਵ ਨਿਮਰਤਾ ਦੀ ਮਿਲ ਜਾਂਦੀ ਹੈ। ਕਈ ਵਾਰ ਬੀਜ ਪੈ ਜਾਂਦਾ, ਉਹਦੇ ਉੱਤੇ ਸੁਹਾਗਾ ਨਹੀਂ ਫਿਰਦਾ, ਉਹ ਜਾਨਵਰ ਚੱਕ ਜਾਂਦੇ। ਤੇ ਬੀਜ ਖੇਤ ਚ ਕਿਵੇਂ ਉੱਗੂਗਾ? ਕਈਆਂ ਦੇ ਬੀਜ ਉੱਗ ਖੜੋਂਦਾ, ਆਲੇ ਦੁਆਲੇ ਰੱਖ ਨਹੀਂ, ਵਾੜ ਨਹੀਂ, ਭਾਵ ਉਹ ਨਿਮਰਤਾ ਵਾਲਾ ਸੁਭਾਅ ਨਹੀਂ। ਸੋ ਗੁਰੂ ਪਿਆਰਿਓ, ਜਿਹੜਾ ਕੋਈ ਸੇਵਾ ਕਰਦਾ, ਸਿਮਰਨ ਕਰਦਾ, ਇਹਨੂੰ ਜਿਹੜਾ ਫਲ ਲੱਗਦਾ ਇਹਦੀਆਂ ਨਿਸ਼ਾਨੀਆਂ ਹੁੰਦੀਆਂ। ਜਿਸ ਤਰ੍ਹਾਂ ਦਰਖਤ ਨੂੰ ਫਲ ਲੱਗੇ ਇਹਦੀਆਂ ਨਿਸ਼ਾਨੀਆਂ ਹੁੰਦੀਆਂ, ਉਹ ਥੱਲੇ ਨੂੰ ਝੁਕ ਜਾਂਦਾ। ਜਿਵੇਂ ਜਿਵੇਂ ਫਲ ਵੱਡਾ ਹੋਈ ਜਾਂਦਾ, ਭਾਰਾ ਹੋਈ ਜਾਂਦਾ ਤੇ ਦਰਖਤ ਝੁਕੀ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਨਾਮ ਜਪਦਾ, ਸੇਵਾ ਕਰਦਾ ਨਾ, ਇਹਦੀਆਂ ਨਿਸ਼ਾਨੀਆਂ ਹੁੰਦੀਆਂ। ਉਹ ਬੰਦਾ ਜਿਹੜਾ ਹੈ ਅਕੜੋਂ ਹਟ ਜੂਗਾ, ਥੱਕਣੋਂ ਹਟ ਜੂਗਾ, ਝਗੜੇ ਕਰਨੋਂ ਹਟ ਜੂਗਾ। ਇਹ ਨਿਸ਼ਾਨੀ ਆ। ਉਹ ਕਿਸੇ ਨਾਲ ਝਗੜਾ ਨਹੀਂ ਕਰੂਗਾ ਜਿਹਨਾਂ ਦੇ ਉੱਤੇ ਸੇਵਾ, ਸਿਮਰਨ, ਸਤ ਸੰਗ ਦਾ ਅਸਰ ਹੋ ਜੂਗਾ। ਉਹ ਨਿਮਰਤਾ ਧਾਰਨ ਕਰੂਗਾ। ਉਹ ਕਦੇ ਨਹੀਂ ਕਰੂਗਾ ਕਿ ਮੈਂ ਆਹ ਕੀਤਾ, ਮੈਂ ਆਹ ਕੀਤਾ। ਜੇ ਉਹ ਕਹੂਗਾ ਵੀ ਤਾਂ ਕਹੂਗਾ ਮੇਰੇ ਤੇ ਕਿਰਪਾ ਕਰਕੇ ਸਤਿਗੁਰ ਨੇ ਮੇਰੇ ਤੋਂ ਕਰਵਾ ਲਿਆ। ਉਹਦੇ ਵਿੱਚੋਂ ਆਪਣਾ ਆਪ ਨਿਕਲਦਾ ਜਾਊਗਾ, ਹੰਕਾਰ ਨਿਕਲਦਾ ਜਾਊਗਾ। ਇਹ ਨਿਸ਼ਾਨੀਆਂ। ਕਈ ਬਹੁਤ ਸੇਵਾ ਵੀ ਕਰਦੇ ਆ, ਨਾਮ ਵੀ ਜਪਦੇ ਆ, ਪਰ ਉਹਨਾਂ ਨੂੰ ਫਲ ਨਹੀਂ ਮਿਲਦਾ, ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ, ਉਹਨਾਂ ਨੂੰ ਸ਼ਾਂਤੀ ਵੀ ਨਹੀਂ ਆਉਂਦੀ। ਜੇ ਸਾਦਾ ਕਰਨਗੇ ਤਾਂ ਜ਼ਿਆਦਾ ਅਸ਼ਾਂਤ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਂ ਸਾਰਾ ਕੁਝ ਕਰ ਲਿਆ। ਉਹ ਸਿਰਫ ਦਿਖਾਉਣ ਵਾਸਤੇ, ਦੱਸਣ ਵਾਸਤੇ ਸਾਰਾ ਕੁਝ ਕਰਦੇ। ਜਿਹੜੇ ਰੱਬ ਦੇ ਸਾਹਮਣੇ, ਸਤਿਗੁਰੂ ਦੇ ਸਾਹਮਣੇ ਸਮਰਪਿਤ ਹੋ ਜਾਂਦੇ ਆ, ਉਹ ਕਿਸੇ ਨੂੰ ਦੱਸਦੇ ਨਹੀਂ। ਉਹ ਕਹਿੰਦੇ ਵਾਹਿਗੁਰੂ ਜਾਣੀ ਜਾਣਾ, ਮੈਂ ਕੌਣ ਕਰਨ ਵਾਲਾ ਸੀ, ਮੇਰੇ ਕੀਤਿਆਂ ਕੀ ਹੋ ਸਕਦਾ। ਇਹ ਤਾਂ ਮੇਰੇ ਸਤਿਗੁਰ ਨੇ ਮੈਨੂੰ ਮਾਣ ਵਡਿਆਈ ਦਿੱਤੀ ਹੈ, ਮੈਂ ਉਹਦਾ ਕੁਟਾਨ ਧੰਨਵਾਦ ਕਰਦਾ। ਕੋਈ ਗੁਰਮੁਖ ਪਿਆਰਿਓ, ਸੇਵਾ ਕਰਕੇ, ਸਿਮਰਨ ਕਰਕੇ, ਸਤ ਸੰਗਤ ਕਰਕੇ ਮਨ ਨੀਵਾ ਹੋ ਗਿਆ ਤੇ ਸਮਝ ਲਓ ਅਸੀਂ ਝੋਲੀਆਂ ਭਰ ਕੇ ਲੈ ਗਏ। ਸੇਵਾ ਕਰਕੇ, ਸਿਮਰਨ ਕਰਕੇ ਮਨ ਦੇ ਵਿੱਚ ਕਿ ਹੰਕਾਰ ਆ ਗਿਆ, ਫਿਰ ਸਮਝ ਲਓ ਸਾਡੀ ਕੀਤੀ ਹੋਈ ਸੇਵਾ, ਸਿਮਰਨ, ਉਹਦਾ ਫਲ ਜਿਹੜਾ ਹੈ ਅਸੀਂ ਨਸ਼ਟ ਕਰ ਦਿੱਤਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਹੈ ਜਿਉ ਕੁੰਚਰ ਇਸਨਾਨ। ਤੀਰਥ ਕਰਕੇ, ਵਰਤ ਰੱਖ ਕੇ, ਨੇਮ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ, ਜਿਹੜਾ ਕੋਈ ਹੰਕਾਰ ਕਰਦਾ, ਕਹਿੰਦਾ ਕਿ ਮੇਰੇ ਜਿੰਨਾ ਤੋਂ ਕੋਈ ਪਾਠ ਹੀ ਨਹੀਂ ਕਰਦਾ, ਮੇਰੇ ਜਿੰਨਾ ਤੋਂ ਕੋਈ ਆਹ ਨਹੀਂ ਕਰਦਾ, ਮੇਰੇ ਜਿੰਨਾ ਤੋਂ ਕੋਈ ਦਾਨ ਨਹੀਂ ਕਰਦਾ। ਕਹਿੰਦੇ ਉਹ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਹਾਥੀ ਨਹਾ ਕੇ ਉੱਤੇ ਆਪਣੇ
फिर सुआह पा लेंदा। इस तरह की उन्होंने वो जी घालना है रह जाती है। सो गुरु पातशाह कृपा करन सानू समझ पवे असीं गुरु चरणों के विच आए हैं। गुरु चरणों चो कुछ लैके जाइए, खट के जाइए, साडे जीवन दे विच रस भरदा है। जिन्हां दे जीवन विच रस भर जांदा ना, उन्हां दे चेहरिਆਂ ਦੇ ਉੱਤੇ खुशी ते खुमारी। ਜਿਹੜੇ संसार कोई ਨੂੰ जो मिलदा संसारी खुशी ਜਿਹੜੀ ਆ ਉਹ ਥੋੜੇ पल ਦੀ ਹੁੰਦੀ ਆ। ਉਹ ਚਿਹਰਾ ਜਿਹੜਾ खुश ਆ फिर 2 ਮਿੰਟਾਂ ਵਿੱਚ ਉਹਦਾ कई बार चेहरा उतर जाता। पर ਜਿਹੜੇ नाम जपण वाले, सेवा करने वाले आ, उन्हां दा चेहरा कदे थल्ले नहीं जाता, क्योंकि उन्हां नूं खुमारी चढ़ जाती है। नाम खुमारी नानका जड़ी रहे दिन रात। वो कदे अकदे नहीं, थकदे नहीं, झगड़दे नहीं, लड़दे नहीं, खिलबड़दे नहीं, शांत रहिंदे आ। ये निशानियां देख लो, भावें सेवा ते बहुत संगतां करदियां, पर वो किहड़े भागां वाले चेहरे आ जिन्हां नूं सेवा करके जिन्हां दा मन नीवा हो गया, उन्हां दे विच धीरज आ गया। जिन्हां विच धीरज नहीं सी उन्हां नूं धीरज मिल गया। जिहड़े अशांत सी, बेचैन रहिंदे सी, उन्हां नूं शांति मिल गई, सुकून मिल गया। समझ लो वो सेवा सिमरन दा असर जिहड़ा है उन्हां दे हिरदे विच चले गया, उन्हां दा जीवन बदल गया। सो जदों कोई चंगे काम करदा, नाम जपदा, सेवा सिमरन करदा, ओहदा शरीर नहीं बदलदा, मतलब मन बदलदा। ते जदों मन बदल जाता तो फिर सारा कुछ बदल जाता। सो जिन्हां ने भी गुरु चरणों के नाल जुड़े, उन्हां दा मन गुरु चरणों नाल जुड़िया, शब्द नाल जुड़िया। जिथे शब्द गुरु दा वस जांदा ते उथे सारियां बरकतां, बख्शिशां, रहमतां जिहड़ियां आ जांदियां। तो गुरु प्यारो, अज संगरांद दे पवित्र दिहाड़े ते आप गुरु संगतां सतगुर दे पावन चरणों विच जुड़ियां। आपां हर महीने धन धन साहिब श्री गुरु अर्जन देव महाराज दो जहान दे वाली, रबी नूर, कुदरत करिश्मा, कोट ब्रह्मांड दे ठाकर आप परमेश्वर इस धरती दे उत्ते आके उन्होंने ये रबी बख्शिशा, रबी बाणी, धुरखी बाणी आई, तिन सगली किरत मटाईए बाणी। पासा साडे वास्ते कि आने वाली पीढ़ियां इस रबी बाणी नूं पढ़ के, सुन के, गुरबाणी के उपदेश नूं हिरदे विच वसा के वो लाहा लै सकन। सो गुरमुख प्यारो, माझ राग दे विच पातशाह ने रबी बाणी उच्चारण की। बड़ी सहज बाणी है। आप हर महीने की विचार करते हैं। सो भादों का महीना आप देखिया कि ये महीने हुमस के महीने होंगे, साउण ते भादों। वो हुमस का महीना जिहदे जिहड़ा है ज्यादा बारिशां भी पै भी जांदियां, नहीं भी पैंदियां। ऐतकी बहुत घाट बारिशां जिहड़ियां इस महीने दे विच पईयां। ते जदों बारिश पै के सूरज की तपत होंदी है तो फिर हुमस होंदी है। ये महीने हुमस के महीने, ते जे बारिश पै गई तो बिल्कुल ठंड वरत जाती है। ते जे थोड़ियां धुप्पां लगदियां फिर वो पानी जिहड़ा है वाष्पीकरण होंदा ते पानी की मात्रा हवा च वधण नाल हुमस हो जाती है, मुड़का बहुत होंदा। सो जिहड़े वो 2 महीने बारिशां दी जिहड़ी सी वो समाप्ति हो गई है। ते हुण अगला महीना जिहड़ा है असू का महीना वो आरंभ होया। सो असू का महीना सानू उस हुमस भरिया वातावरण उहदे तो निजात दिवाउण वाला, क्योंकि बिल्कुल जिहड़ा है इस महीने के रंग बदल जाते हैं। जिहड़ा दिन जिहड़े है वो होर घट जाते हैं, रातां थोड़ियां वड्डियां हो जांदियां ते जिहड़ा सौण का शांति का समा वो भी बढ़ जाता है। जिहड़े नाम जपण वाले गुरमुख प्यारे है, जदों रातां वड्डियां हुंदियां ते उस नींद नूं नहीं वधाउंदे, उस सिमरन नूं वधाउंदे आ। वो शांति के समय का अमृत वेले उठ के शाम नूं सौण लगे वो समा जिहड़ा दिन घटदे आ ते रातां वधदियां। तो जिहड़े नाम जपण वाले आ, जिवें जिवें रातां वधदियां ते उवें उवें
ਠੰਡਕ ਵੀ ਵੱਧਦੀ ਹੈ, ਕਿਉਂਕਿ ਸੂਰਜ ਜਿਹੜਾ ਹੈ ਉਹ ਘੱਟ ਸਮਾਂ ਜਿਹੜਾ ਹੈ ਉਹ ਆਪਦਾ ਘਟਦਾ ਜਾਂਦਾ ਇਸ ਧਰਤੀ ਦੇ ਉੱਤੇ ਜਿਹੜਾ ਚਮਕਣ ਦਾ, ਤੇ ਉਵੇਂ ਉਵੇਂ ਠੰਡ ਸ਼ੁਰੂ ਹੋ ਜਾਂਦੀ ਹੈ। ਇਸ ਮਹੀਨੇ ਤੋਂ ਜਿਹੜੀ ਠੰਡ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਜਾਂਦੀ ਹੈ, ਭਾਵੇਂ ਦਿਨੇ ਗਰਮੀ ਹੋਵੇ। ਪਰ ਜਿਹੜੇ ਨਾਮ ਜਪਣ ਵਾਲੇ ਆ, ਜਿਹੜੇ ਸਿਮਰਨ ਕਰਨ ਵਾਲੇ ਆ, ਉਹ ਹੋਰ ਖੁਸ਼ ਹੁੰਦੇ ਆ, ਕਿਉਂਕਿ ਆਲਾ ਦੁਆਲਾ ਵੀ ਜਿਹੜਾ ਹੈ ਉਹ ਇਸ ਮਹੀਨੇ ਜਿਹੜੀ ਹੁਮਸ ਤੋਂ ਰਾਹਤ ਮਿਲਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਕਿਉਂਕਿ ਹਰ ਦਿਨ ਨਵਾਂ ਹੁੰਦਾ, ਹਰ ਮਹੀਨਾ ਨਵਾਂ ਹੁੰਦਾ, ਹਰ ਸਮਾਂ ਨਵਾਂ ਹੁੰਦਾ, ਹਰ ਘੜੀ ਨਵੀਂ ਹੁੰਦੀ ਹੈ। ਇਹ ਜਿਹੜਾ ਜੀਵਨ ਦਾ ਜਿਹੜਾ ਸਵਾਸਾਂ ਦੀ ਜਿੰਨਾ ਚਿਰ ਜੀਵਨ ਚੱਲਦਾ ਤੇ ਹਰ ਪਲ ਜਿਹੜਾ ਬਦਲਾਅ ਵਾਲਾ ਹੁੰਦਾ ਸੀ, ਉਹ ਬਦਲਾਅ ਪੋਜ਼ਿਟਿਵ ਹੋ ਜਾਵੇ, ਚੰਗੇ ਪਾਸੇ ਨੂੰ ਹੋ ਜਾਵੇ, ਤੇ ਸਮਝ ਲਓ ਜੀਵਨ ਸਫਲ ਹੋ ਜਾਂਦਾ, ਜੀਵਨ ਦਾ ਲਾਹਾ ਲਿਆ ਜਾ ਸਕਦਾ। ਸੋ ਆਪਾਂ ਅੱਜ ਆਪਣੇ ਜੀਵਨ ਨੂੰ ਇਹ ਅੱਸੂ ਦੇ ਮਹੀਨੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕੀ ਉਪਦੇਸ਼ ਸੰਦੇਸ਼ ਦੇ ਰਿਹਾ, ਕਿਸ ਤਰ੍ਹਾਂ ਦਾ ਜੀਵਨ ਗੁਰਸਿੱਖ ਦਾ ਹੋਣਾ ਚਾਹੀਦਾ, ਕਿਸ ਤਰ੍ਹਾਂ ਜਿਹੜਾ ਨਾਮ ਜਪਣ ਵਾਲਾ ਗੁਰੂ ਦਾ ਪਿਆਰਾ ਜਿਹੜਾ ਦਿਨ ਰਾਤ ਵਾਹਿਗੁਰੂ 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 ਦੇ ਨਾਲ ਮਨ ਜੁੜਿਆ, ਤੇ ਜਦੋਂ ਹੁਮਸ ਭਰੇ ਵਾਤਾਵਰਣ ਦੇ ਵਿੱਚ ਵੀ ਉਹ ਆਪਣੇ ਮਾਲਕ ਦੇ ਨਾਲੋਂ ਟੁੱਟਦਾ ਨਹੀਂ, ਤੇ ਹੁਮਸ ਦੇ ਮਗਰੋਂ ਥੋੜੀ ਠੰਡ, এনवायरमेंट ਸਾਫ ਸੁਥਰਾ ਹੁੰਦਾ, ਤੇ ਉਹਦਾ ਜਿਹੜਾ ਸਿਮਰਨ ਕਰਨ ਦਾ ਵੇਗ ਆ, ਉਹ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜਿਹੜਾ ਮਨ ਜੁੜਿਆ, ਉਹਦੇ ਨਾਲ ਜੁੜਨ ਦੀ ਜਿਹੜੀ ਤਾਂਘ ਆ ਉਹ ਵੀ ਗਾੜੀ ਹੋ ਜਾਂਦੀ ਹੈ। ਉਹ ਵੀ ਜਿਹੜੇ ਗੁਰਸਿੱਖ ਗੁਰੂ ਦੇ ਪਿਆਰੇ ਉਹ ਮਾਲਕ ਦੇ ਨਾਲ ਮਿਲਣ ਵਾਸਤੇ ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਚਾਅ ਖੁਸ਼ੀਆਂ ਪੈਦਾ ਹੁੰਦੀਆਂ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਰਾਹੀਂ ਅੱਸੂ ਦਾ ਮਹੀਨਾ ਉਹਨਾਂ ਗੁਰਸਿੱਖਾਂ ਵਾਸਤੇ, ਗੁਰਮੁਖਾਂ ਵਾਸਤੇ, ਹਰ ਧਰਤੀ ਦੇ ਪ੍ਰਾਣੀ ਵਾਸਤੇ ਕਿਸ ਤਰ੍ਹਾਂ ਇਸ ਮਹੀਨੇ ਨੂੰ ਗੁਰੂ ਚਰਨਾਂ ਦੇ ਨਾਲ ਜੁੜ ਕੇ ਸਫਲ ਕੀਤਾ ਜਾ ਸਕਦਾ। ਆਓ ਗੁਰੂ ਪਾਤਸ਼ਾਹ ਦੇ ਇਲਾਹੀ ਬਚਨ ਰੱਬੀ ਬਾਣੀ ਨੂੰ ਸਰਵਣ ਕਰੀਏ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਵਾਜ ਜੀਓ, ਅਸਨ ਪ੍ਰੇਮ ਅਮਾੜਾ, ਕਿਉ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਅਸਨ ਪ੍ਰੇਮ ਪਮਾਵੜਾ, ਕਿਉ ਮਿਲਿਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਦੋ ਜਹਾਨ ਦੀ ਬਲੀ, ਰੱਬੀ ਨੂਰ, ਕੁਦਰਤ ਕ੍ਰਿਸ਼ਮਾ, ਆਪ ਪਰਮੇਸ਼ਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਸਰੂਪ ਰੱਬੀ ਬਖਸ਼ਿਸ਼ਾਂ ਬਾਣੀ ਰਾਹੀਂ ਕਰ ਰਿਹਾ ਕਿ ਜਿਹੜੇ ਗੁਰਸਿੱਖ ਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਆ, ਸਿਮਰਨ ਕਰਨ ਵਾਲੇ ਆ, ਉਹਨਾਂ ਵਾਸਤੇ ਚਾਹੇ ਧੁੱਪ ਹੋਵੇ, ਚਾਹੇ ਸਾਹ ਹੋਵੇ, ਚਾਹੇ ਗਰਮੀ ਹੋਵੇ, ਚਾਹੇ ਸਰਦੀ ਹੋਵੇ, ਚਾਹੇ ਹੁਮਸ ਹੋਵੇ, ਤੇ ਚਾਹੇ ਠੰਡੀਆਂ ਹਵਾਵਾਂ ਹੋਣ, ਉਹਨਾਂ ਦਾ ਨਿਸ਼ਚਾ ਤੇ ਉਹਨਾਂ ਦਾ ਮਨ ਜਿਹੜਾ ਹੈ ਗੁਰੂ ਚਰਨਾਂ ਦੇ ਵਿੱਚ ਟਿਕਿਆ ਹੋਇਆ ਹੁੰਦਾ। ਉਹ ਹੁਮਸ ਦੇ ਹੁੰਦਿਆਂ ਹੋਇਆ ਵੀ ਆਪਣੇ ਮਾਲਕ ਨੂੰ ਨਹੀਂ ਭੁੱਲਦੇ। ਉਹ ਠੰਡੀਆਂ ਹਵਾਵਾਂ ਵਗਦੀਆਂ ਦੇ ਵਿੱਚ ਹੋਰ ਮਨ ਜੁੜਦਾ, ਹੋਰ ਜਿੱਥੇ ਆਲਾ ਦੁਆਲਾ ਸਰੀਰਕ ਸਕੂਨ ਮਿਲਦਾ, ਉਹਨਾਂ ਦਾ ਆਤਮਿਕ ਆਨੰਦ ਵੀ ਉਹਨਾਂ ਹੀ ਜਿਹੜਾ ਹੈ ਗਹਿਰਾ ਹੋ ਜਾਂਦਾ। ਜੇ ਗਰਮੀ ਹੋਵੇ ਤੇ ਮਨ ਜਿਹੜਾ ਹੈ ਉਹ ਗਰਮੀ ਵੀ ਵਿਚਲਿਤ ਕਰਦੀ ਹੈ, ਉਹਦਾ ਛੇਕ, ਉਹਦਾ ਹੁਮਸ ਵੀ ਪ੍ਰਭਾਵਿਤ ਕਰਦਾ। ਪਰ ਮੌਸਮ ਹੋਰ ਸੁਹਾਵਣਾ ਹੋ ਜਾਵੇ, ਮੌਸਮ ਹੋਰ ਵਧੀਆ ਹੋ ਜਾਵੇ, ਤੇ ਉਹ ਕਿੰਨਾ ਮਨ ਲਾ ਕੇ ਗੁਰਸਿੱਖ ਆਪਣੇ ਮਾਲਕ ਨੂੰ ਚੇਤੇ ਕਰਦਾ। ਸੋ ਇੱਥੇ ਪਾਤਸ਼ਾਹ ਹੀ ਦੱਸ ਰਿਹਾ ਕਿ ਭਾਈ ਅੱਸੂ ਦੇ ਮਹੀਨੇ ਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਆ,
ਗੁਰਸਿੱਖਾਂ ਜਿਹੜੇ ਭਾਦੋਂ ਦੇ ਹੁਮਸ ਦੇ ਵਿੱਚ ਵੀ ਜਿਨ੍ਹਾਂ ਨੇ ਆਪਣਾ ਸਮਾਂ ਗੁਰੂ ਚਰਨਾਂ ਨਾਲ ਜੋੜਿਆ, ਤੇ ਇਹ ਜਦੋਂ ਇਹ ਰਮਣੀਕ ਸਮਾਂ ਜਦੋਂ ਹਵਾ ਦੇ ਵਿੱਚ ਨਮੀ ਘਟ ਜਾਂਦੀ ਹੈ, ਹੁਮਸ ਘਟ ਜਾਂਦੀ ਹੈ, ਤੇ ਜਦੋਂ ਹਲਕੀ ਜਿਹੀ ਹਵਾ ਚੱਲਦੀ ਹੈ ਤੇ ਉਹ ਬਹੁਤ ਸਕੂਨ ਦਿੰਦੀ ਹੈ। ਤੇ ਉਹ ਸਕੂਨ ਵਾਲੀ ਦਾ ਵਾਤਾਵਰਨ ਜਿਹੜਾ ਗੁਰਸਿੱਖਾ ਗੁਰੂ ਦਾ ਪਿਆਰਾ, ਉਹਦੀ ਜਿਹੜੀ ਤਾਂਘ ਹੈ ਮਾਲਕ ਦੇ ਨਾਲ ਮਿਲਣ ਦੀ, ਉਹਦੀ ਤਾਂਘ ਜੋ ਹੈ ਮਾਲਕ ਨਾਲ ਜੁੜਨ ਦੀ, ਤੇ ਉਹਦਾ ਮਨ ਜਿਹੜਾ ਹੈ ਹੋਰ ਕਾਲਾ ਪੈ ਜਾਂਦਾ, ਹੋਰ ਮਾਲਕ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ ਉਹ ਮਾਲਕ ਨੂੰ ਆਵਾਜ਼ਾਂ ਮਾਰਦਾ, ਉਹ ਮਾਲਕ ਨੂੰ ਯਾਦ ਕਰਦਾ। ਅਸਨ ਪ੍ਰੇਮ ਉਹ ਮਹਾੜਾ, ਜਿੱਦਾਂ ਉਹ ਪ੍ਰੇਮ ਦੀ ਸੱਲ ਸਮੁੰਦਰ ਦੀਆਂ ਲਹਿਰਾਂ ਬਣ ਕੇ ਉਹ ਬਾਹਰ ਕੱਢਿਆ ਵਾਸਤੇ ਜਿੱਦਾਂ ਸੱਲ ਨਿਕਲਦੀ ਹੈ, ਲਹਿਰਾਂ ਉੱਠਦੀਆਂ, ਇਸੇ ਤਰ੍ਹਾਂ ਹੀ ਉਹ ਪਿਆਰ ਦੀ ਸੱਲ, ਪ੍ਰਭੂ ਦੀ ਯਾਦ ਦੀ ਸੱਲ ਗੁਰਸਿੱਖ ਦੇ ਹਿਰਦੇ ਦੇ ਵਿੱਚ ਉੱਠਦੀ ਹੈ। ਅਸਨ ਪ੍ਰੇਮ ਉਹ ਮਹਾੜਾ, ਉਹ ਬਹੁਤ ਵੱਡਾ ਜਿਹੜਾ ਹੈ ਸਮੁੰਦਰ ਦੇ ਵਿੱਚੋਂ ਤਰੰਗਾਂ ਉੱਠਦੀਆਂ ਪਿਆਰ ਦੀਆਂ, ਪ੍ਰਭੂ ਦੀ ਯਾਦ ਦੀਆਂ। ਤੇ ਕੀ ਮਨ ਕਹਿੰਦਾ, ਅਸਨ ਪ੍ਰੇਮ ਹੋ ਮਾਹੜਾ ਕਿਉਂ ਮਿਲੀਏ ਹਰ ਜਾਏ, ਕਿ ਕਿਸ ਤਰ੍ਹਾਂ ਉਸ ਪ੍ਰਭੂ ਪਰਮੇਸ਼ਰ ਨੂੰ ਜਾ ਕੇ ਮਿਲ ਲਈਏ ਜਿਹਦੀ ਯਾਦ ਦੇ ਵਿੱਚ ਜਪਦੇ ਆ, ਜਿਹਦੀ ਯਾਦ ਦੇ ਵਿੱਚ ਜੁੜਦੇ ਆ, ਜਿਹਦੀ ਯਾਦ ਦੇ ਵਿੱਚ ਜੀਵਨ ਸਮਰਪਿਤ ਕੀਤਾ। ਉਸ ਪ੍ਰਭੂ ਪਰਮੇਸ਼ਰ ਨੂੰ ਕਿਵੇਂ ਜਾ ਕੇ ਮਿਲੀਏ, ਉਹ ਮਨ ਬੇਬਲ ਹੋ ਜਾਂਦਾ, ਮਨ ਉਤਾਵਲਾ ਹੋ ਜਾਂਦਾ ਪਰਮੇਸ਼ਰ ਨੂੰ ਮਿਲਣ ਵਾਸਤੇ। ਤੇ ਉਹ ਕਿਸ ਤਰ੍ਹਾਂ ਦੀ ਅਵਸਥਾ ਉਹ ਗੁਰਸਿੱਖ ਦੀ ਹੋ ਜਾਂਦੀ ਹੈ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਮਨ ਦੇ ਵਿੱਚ ਉਸ ਪ੍ਰਭੂ ਪਰਮੇਸ਼ਰ ਦੇ ਮਿਲਣ ਦੀ ਜਿਹੜੀ ਤਾਂਘ ਹੈ ਉਹ ਹੋਰ ਜਿਹੜੀ ਬੇਬਲ ਹੋ ਜਾਂਦੀ ਹੈ, ਤਨ ਵੀ ਤੇ ਮਨ ਵੀ। ਪਿਆਸ ਜਿਸ ਤਰ੍ਹਾਂ ਪਾਣੀ ਦੀ ਪਿਆਸ ਲੱਗੀ ਹੋਵੇ, ਤੇ ਜਿਸ ਤਰ੍ਹਾਂ ਉਹ ਪਿਆਸ ਜਿੰਨਾ ਚਿਰ ਪਾਣੀ ਜਿਹੜਾ ਹੈ ਅੰਦਰ ਨਹੀਂ ਜਾਂਦਾ, ਉਹ ਪਾਣੀ ਦੀ ਪਿਆਸ ਇਨਸਾਨ ਨੂੰ ਬੇਵਲ ਕਰਦੀ ਹੈ ਵੀ ਉਹ ਘੁੱਟ ਪਾਣੀ ਦਾ ਸਾਡੇ ਅੰਦਰ ਆਵੇ ਤੇ ਸਾਨੂੰ ਸੁੱਖ ਦਾ ਸਾਹ ਮਿਲੇ। ਇਸੇ ਤਰ੍ਹਾਂ ਹੀ ਜਿਹਨਾਂ ਦੀ ਲੈਵ ਮਾਲਕ ਨਾਲ ਚੱਲੀ ਹੈ, ਲੱਗੀ ਹੋਈ ਹੈ, ਗੁਰੂ ਚਰਨਾਂ ਵਿੱਚ ਲੱਗੀ ਹੋਈ ਹੈ, ਤੇ ਉਹ ਜਿਹੜੀ ਤਾਂਘ ਆ ਹੋਰ ਬੇਵਲ ਹੋ ਜਾਂਦੀ ਹੈ। ਘਣੀ ਭਾਵ ਇੰਨੀ ਮਾਲਕ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕੋਈ ਗੱਲ ਰਹਿ ਹੀ ਨਹੀਂ ਜਾਂਦੀ ਹੈ। ਅੰਦਰ ਪਰਮੇਸ਼ਰ ਦੀ ਤਾਂਘ ਜਿਹੜੀ ਦਿਨ ਰਾਤ ਗੁਰਸਿੱਖ ਜਪਦਾ, ਪਰ ਜਦੋਂ ਗੁਰੂ ਦੀ ਯਾਦ ਆਉਂਦੀ ਹੈ, ਗੁਰਸਿੱਖਾਂ ਵਾਸਤੇ ਉਹ ਸਕੂਨ ਦਾ ਵਾਤਾਵਰਨ ਬਣਦਾ, ਤੇ ਉਹ ਯਾਦ ਹੋਰ ਘਣੀ ਹੋ ਜਾਂਦੀ ਹੈ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਕੋਈ ਗੁਰਸਿੱਖ ਗੁਰੂ ਦਾ ਪਿਆਰਾ ਉਸ ਪਰਮੇਸ਼ਰ ਦੇ ਕਰ ਮਿਲਾ ਦੇਵੇ। ਐਸੀ ਬੇਬਲ ਅਵਸਥਾ ਜਦੋਂ ਉਸ ਹੋਰ ਕੋਈ ਤਾਂਘ ਹੀ ਨਾ ਰਹਿ ਜਾਵੇ। ਸਾਡੇ ਮਨਾਂ ਦੇ ਵਿੱਚ ਬਹੁਤ ਕੁਝ ਕਈ ਵਾਰ ਆਉਂਦਾ, ਇੱਕ ਗੱਲ ਨੂੰ ਅਸੀਂ ਛੱਡ ਦਿੰਦੇ ਹਾਂ ਤੇ ਦੂਸਰੀ ਨੂੰ ਫੜ ਲੈਂਦੇ ਹਾਂ, ਫਿਰ ਦੂਸਰੀ ਨੂੰ ਛੱਡ ਕੇ ਤੀਸਰੀ ਫੜ ਲੈਂਦੇ ਹਾਂ। ਪਰ ਜਿਹਨਾਂ ਗੁਰਸਿੱਖਾਂ ਦੇ ਅੰਦਰ ਹੋਰ ਕੋਈ ਫੁਰਨਾ ਹੀ ਨਹੀਂ, ਹੋਰ ਕੋਈ ਮੰਗ ਹੀ ਨਹੀਂ, ਹੋਰ ਕੋਈ ਤਾਂਘ ਹੀ ਨਹੀਂ, ਇੱਕੋ ਹੀ ਤਾਂਘ ਆ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਫਿਰ ਉਹ ਪਿਆਸ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਜਿਸ ਤਰ੍ਹਾਂ ਪਾਤਸ਼ਾਹ ਬਾਣੀ ਚ ਫਰਮਾਨ ਕਰਦੇ ਆ ਕਿ ਜਿਸ ਤਰ੍ਹਾਂ ਦਰਵਾਜ਼ੇ ਦੇ ਵਿੱਚ ਖੜ ਕੇ ਉਸ ਮਾਲਕ ਦੇ ਆਉਣ ਦੀ ਤਾਂਘ ਇੱਕ ਇਸਤਰੀ ਆਪਣੇ ਪਤੀ ਪਰਮੇਸ਼ਰ ਨੂੰ ਰਾਹ ਦੇ ਵਿੱਚ ਤੱਕਦੀ ਹੈ, ਕਿ ਗੁਰਸਿੱਖ ਆਪਣੇ ਮਾਲਕ ਨੂੰ
ਉਸ ਦੇ ਮਿਲਣ ਦੀ ਜਿਹੜੀ ਹੈਗੀ ਆ ਤਾਂਘ ਕਿ ਕਦੋਂ ਉਹ ਘਰ ਵਿੱਚ ਆਵੇ, ਕਦੋਂ ਮਲਾਪ ਹੋਵੇ, ਉਹ ਸਕੂਨ ਚੈਨ ਮਿਲੇ। ਸੋ ਇਹੋ ਜਿਹੀ ਬੇਬਲ ਅਵਸਥਾ ਜਿਹੜੀ ਹੈ ਗੁਰਸਿੱਖ ਦੀ ਹੋ ਜਾਂਦੀ ਹੈ, ਗੁਰੂ ਦੇ ਪਿਆਰੇ ਦੀ ਹੋ ਜਾਂਦੀ ਹੈ ਕਿ ਕਿਹੜੀ ਘੜੀ ਆ ਮੈਨੂੰ ਮਾਲਕ ਦੇ ਦਰਸ਼ਨ ਹੋਣ। ਇਹੋ ਜਿਹੀ ਪਿਆਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਅੱਸੂ ਦੇ ਮਹੀਨੇ ਦੇ ਵਿੱਚ ਜਿਹੜਾ ਨਾਮ ਜਪਣ ਵਾਲਾ, ਗੁਰੂ ਨਾਲ ਪਿਆਰ ਕਰਨ ਵਾਲਾ, ਜਿਹਦੇ ਮਨ ਦੇ ਵਿੱਚ ਸ਼ਰਧਾ ਵੀ ਹੈ, ਸਤਿਕਾਰ ਵੀ ਹੈ, ਸਨਮਾਨ ਵੀ ਹੈ, ਉਸ ਮਾਲਕ ਨੂੰ ਮਿਲਣ ਵਾਸਤੇ ਕਿਸ ਤਰ੍ਹਾਂ ਵਿਹਲ ਹੁੰਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਰਾਹੀਂ ਦਰਸਾ ਰਹੇ ਹਨ। ਸੰਤ ਸਹਾਈ ਪ੍ਰੇਮ ਕੇ ਹੋ ਤਨ ਕੇ ਲਾਗਾ ਪਾਏ, ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਸੰਤ ਸਹਾਈ ਪ੍ਰੇਮ ਕੇ ਔਰ ਤਨ ਕੇ ਲਾਗਾ ਪਾਏ। ਜਿਹੜਾ ਪਰਮੇਸ਼ਰ ਦੇ ਨਾਲ ਮਨਾਉਣ ਵਾਲਾ ਪਿਆਰ ਹੈ, ਕਿਉਂਕਿ ਪਿਆਰ ਇੱਕ ਖਾਕੀ ਪਿਆਰ ਹੈ, ਇੱਕ ਜਿਹੜਾ ਦੁਨਿਆਵੀ ਪਿਆਰ ਹੈ, ਹਕੀਕੀ ਪਿਆਰ ਹੈ, ਮਜਾਜੀ ਪਿਆਰ ਹੈ, ਤੇ ਜਿਹੜਾ ਨੂਰੀ ਪਿਆਰ ਹੈ, ਰੱਬੀ ਪਿਆਰ ਹੈ। ਜਿਹੜਾ ਖਾਕੀ ਪਿਆਰ ਆ ਉਹ ਅਸੀਂ ਪਦਾਰਥਾਂ ਦੇ ਨਾਲ, ਚੀਜ਼ਾਂ ਦੇ ਨਾਲ, ਮਾਇਆ ਦੇ ਨਾਲ ਜਿਹੜਾ ਪਿਆਰ ਕਰਦੇ ਆ, ਇਹ ਮੇਰਾ, ਇਹ ਘਰ ਮੇਰਾ, ਇਹ ਟਰੈਕਟਰ ਮੇਰਾ, ਜੋ ਕੁਝ ਵੀ ਮੇਰਾ ਮੇਰਾ ਕਰਦੇ ਆ, ਉਹ ਖਾਕੀ ਪਿਆਰ ਆ। ਭਾਵ ਮਿੱਟੀ ਦੇ ਨਾਲ ਅਸੀਂ ਪਿਆਰ ਕਰਦੇ ਆ। ਇੱਕ ਪਿਆਰ ਮਜਾਜੀ ਪਿਆਰ ਆ ਜਿਹੜਾ ਸੰਸਾਰ ਦੇ ਵਿੱਚ ਆਪਾਂ ਦੇਖਦੇ ਆ, ਜਿਹਦੇ ਰਿਜ਼ਲਟ ਵੀ ਆਪਾਂ ਦੇਖਦੇ ਆ ਕਿ ਉਹ ਕਿਸ ਤਰ੍ਹਾਂ ਮਜਾਜੀ ਪਿਆਰ ਦੇ ਵਿੱਚ ਉਹ ਸੰਸਾਰ ਜਦੋਂ ਉਹ ਉਸ ਪਾਸੇ ਤੁਰਦਾ ਤਾਂ ਉਹਨਾਂ ਦੇ ਕੀ ਅਵਸਥਾ ਹੁੰਦੀ। ਤੀਸਰਾ ਪਿਆਰ ਜਿਹੜਾ ਹੈ ਹਕੀਕੀ ਪਿਆਰ। ਹਕੀਕੀ ਪਿਆਰ ਉਹ ਜਿਹਨਾਂ ਦਾ ਨਾਮ ਭਾਈ ਗੁਰਦਾਸ ਨੇ ਵੀ ਆਪਣੀ ਬਾਣੀ ਵਿੱਚ ਦੱਸਿਆ, ਗੁਰਬਾਣੀ ਦੇ ਵਿੱਚ ਵੀ ਕਿ ਸੱਚੀ ਪੁੰਨੂ ਦੋਸ਼ ਦੀ ਹੋਏ ਜਾਤ ਆਜ਼ਾਦੀ। ਬਹੁਤ ਇਹੋ ਜਿਹੀਆਂ ਕਹਾਣੀਆਂ, ਬਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨ, ਜਿਹੜੀਆਂ ਆਪਾਂ ਸੁਣਦੇ ਆਏ ਆ ਕਿ ਇਹਨਾਂ ਨੇ ਸੱਚਾ ਪਿਆਰ, ਹਕੀਕੀ ਪਿਆਰ ਕੀਤਾ। ਜਿੰਨੇ ਵੀ ਸੂਫੀ ਭਗਤ ਉਹ ਹਕੀਕੀ ਪਿਆਰ ਨੂੰ ਮੁੱਖ ਰੱਖਦੇ ਆ। ਤੇ ਜਿਹੜਾ ਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਿਹਾ, ਇਹ ਨੂਰੀ ਪਿਆਰ ਆ, ਰੱਬੀ ਪਿਆਰ ਆ, ਜਿਹੜਾ ਇੱਕ ਗੁਰਸਿੱਖ ਆਪਣੇ ਗੁਰੂ ਦੇ ਨਾਲ ਪਿਆਰ ਕਰਦਾ। ਜਿਹੜਾ ਗੁਰਸਿੱਖ ਆਪਣੇ ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰਕੇ ਗੁਰੂ ਦੇ ਦੱਸੇ ਹੋਏ ਹੁਕਮ ਦੇ ਅਨੁਸਾਰ ਚੱਲਦਾ, ਇਹ ਨੂਰੀ ਪਿਆਰ ਆ। ਜਿਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕੀਤਾ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ, ਜੋ ਉਹ ਨੂਰੀ ਪਿਆਰ, ਰੱਬੀ ਪਿਆਰ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਬਖਸ਼ਿਸ਼ਾਂ ਹੋਈਆਂ। ਉਹ ਪਿਆਰ ਦੀ ਗੱਲ ਜੋ ਹੈ, ਉਹ ਪਿਆਰ ਕਿੱਥੋਂ ਮਿਲਦਾ, ਉਹਦਾ ਸੋਮਾ ਕੀ ਹੈ। ਕਿਉਂਕਿ ਹਰ ਚੀਜ਼ ਆਪਾਂ ਕੋਈ ਲੈਣੀ ਹੋਵੇ, ਉਹੋ ਜਿਹੀ ਦੁਕਾਨ ਤੇ ਜਾਂਦੇ ਆ। ਜੇ ਬਿਲਡਿੰਗ ਮਟੀਰੀਅਲ ਲੈਣਾ ਤੇ ਬਿਲਡਿੰਗ ਮਟੀਰੀਅਲ ਦੀ ਦੁਕਾਨ ਤੇ ਜਾਂਦੇ ਆ। ਜੇ ਆਪਾਂ ਖਾਣ ਪੀਣ ਵਾਲੀਆਂ ਵਸਤੂਆਂ ਲੈਣੀਆਂ ਫਿਰ ਉਸ ਦੁਕਾਨ ਤੇ ਜਾਂਦੇ ਆ। ਜੇ ਅਸੀਂ ਕੋਈ ਦਵਾਈ ਬੂਟੀ ਲੈਣੀ ਆ ਫਿਰ ਪੰਸਾਰੀ ਦੀ ਦੁਕਾਨ ਤੇ ਜਾਂਦੇ ਆ।
ਜੇ ਕੋਈ ਗਹਿਣੇ ਸੋਨੇ ਦੇ ਬਣਾਉਣੇ ਆ ਫਿਰ ਸੁਨਿਆਰੇ ਦੀ ਦੁਕਾਨ ਤੇ ਜਾਂਦੇ ਆ। ਸੋ ਹਰ ਚੀਜ਼ ਖਰੀਦਣ ਵਾਸਤੇ ਲੈਣ ਵਾਸਤੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਥਾਵਾਂ ਤੇ ਜਾਣਾ ਗੰਦ ਪੈਂਦਾ ਜਿੱਥੇ ਉਹ ਮਿਲਦੀ ਹੈ। ਪਰ ਜਿਹੜਾ ਰੱਬ ਦਾ ਪਿਆਰ ਆ ਇਹ ਕਿੱਥੋਂ ਮਿਲਦਾ, ਕਿਹੜੀ ਦੁਕਾਨ ਆ, ਕਿੱਥੋਂ ਇਹ ਸਹੀ ਮਿਲੂਗਾ ਕਿ ਉਹ ਹੈ ਰੱਬੀ ਪਿਆਰ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਕਿ ਉਸ ਪ੍ਰਭੂ ਪਰਮੇਸ਼ਰ ਤਿੱਕਰ ਸਤਿਗੁਰ ਦੇ ਚਰਨਾਂ ਤਿੱਕਰ ਪਹੁੰਚਣ ਵਾਸਤੇ ਸੱਚੇ ਪ੍ਰੇਮ ਦੀ ਲੋੜ ਆ, ਰੱਬੀ ਪਿਆਰ ਦੀ ਲੋੜ ਆ, ਨੂਰੀ ਪਿਆਰ ਦੀ ਲੋੜ ਆ। ਤੇ ਉਹ ਕਿੱਥੋਂ ਮਿਲੂਗਾ? ਜਿਨ੍ਹਾਂ ਨੇ ਆਪਣੇ ਸਤਿਗੁਰ ਦੇ ਚਰਨਾਂ ਦੇ ਨਾਲ ਪਿਆਰ ਕੀਤਾ, ਜਿਹੜੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਤੋਂ ਹੀ ਉਹ ਪਿਆਰ ਜਿਹੜਾ ਹੈ ਮਿਲ ਸਕਦਾ। ਉਹ ਕਿਹਨਾਂ ਦੇ ਹਿਰਦਿਆਂ ਵਿੱਚ? ਸੰਤ ਜਨਾਂ ਦੇ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸ਼ਾਂਤ ਕਰ ਲਿਆ, ਸਕੂਨ ਦੇ ਵਿੱਚ ਲੈ ਗਿਆ, ਜਿਹਦੇ ਉੱਤੇ ਹਿਰਦੇ 'ਚ ਕੋਈ ਭੜਕਣਾ ਖਤਮ ਹੋ ਗਈ। ਉਹਨਾਂ ਨੂੰ ਉਹ ਸੰਤ ਜਨ ਜਿਹੜੇ ਹੈ, ਸੰਤ ਸਹਾਈ ਪ੍ਰੇਮ ਕੇ, ਉਹ ਪ੍ਰੇਮ ਜਿਹੜੇ ਹੈ ਉਹ ਦੇ ਸਕਦੇ ਆ ਸਾਨੂੰ, ਸਾਡੇ ਹਿਰਦਿਆਂ ਦੇ ਵਿੱਚ ਸਹਾਈ ਹੋ ਸਕਦੇ ਆ, ਜਿਹੜਾ ਸਾਡੇ ਅੰਦਰੋਂ ਨੂਰੀ ਪਿਆਰ ਜਿਹੜਾ ਹੈ ਉਹਨੂੰ ਪੈਦਾ ਕਰ ਸਕਦੇ ਆ। ਕਿਉਂਕਿ ਜਿਹੜਾ ਜੋ ਕੁਝ ਵੀ ਹੈ ਇਹ ਸਾਡੇ ਅੰਦਰੋਂ ਪੈਦਾ ਹੋਣਾ, ਤੇ ਉਹਦੇ ਵਾਸਤੇ ਜਾਗ ਦੀ ਲੋੜ ਆ। ਜਿਸ ਤਰ੍ਹਾਂ ਦੁੱਧ ਨੂੰ 2 ਫੁੱਟੀਆਂ ਜਿਹੜੀਆਂ ਹੈ ਉਹ ਜਾਗਦੀਆਂ ਲੱਗ ਜਾਣ ਤੇ ਸਾਰੇ ਦਾ ਸਾਰਾ ਜਿਹੜਾ ਦੁੱਧ ਆ ਉਹ ਦਹੀਂ ਬਣ ਜਾਂਦਾ। ਸੋ ਪ੍ਰੇਮ ਸਾਡੇ ਅੰਦਰ ਵੀ ਹੈ, ਵੱਖ-ਵੱਖ ਤਰ੍ਹਾਂ ਦਾ ਪ੍ਰੇਮ ਆ, ਪਰ ਜਦੋਂ ਉਹ ਨੂਰੀ ਪ੍ਰੇਮ ਜਿਹੜਾ ਹੈ, ਰੱਬੀ ਪ੍ਰੇਮ ਦਾ ਜਿਹੜਾ ਜਾਗ ਲੱਗ ਜਾਂਦਾ ਤਾਂ ਸਾਡੇ ਅੰਦਰ ਉਹ ਰੱਬੀ ਪਿਆਰ ਪੈਦਾ ਹੋ ਜਾਂਦਾ। ਤੇ ਉਹ ਜਾਗ ਕਿੱਥੋਂ ਲੱਗ ਸਕਦਾ? ਉਹ ਕਿਹਨਾਂ ਦੇ ਕੋਲ ਆ ਰੱਬੀ ਪਿਆਰ? ਉਹ ਖਾਲਸਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰ ਰਹੇ ਆ, ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ। ਜਿਹੜੀ ਇਹ ਰੱਬੀ ਪਿਆਰ ਦਾ ਖਜ਼ਾਨਾ ਸਤਿਗੁਰੂ ਆ, ਸੰਤ ਜਨਾਂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਵਸਿਆ ਹੋਇਆ, ਉਹ ਰੱਬੀ ਪਿਆਰਾ ਸੰਤ ਸਹਾਈ ਪ੍ਰੇਮ ਕੇ, ਉਹ ਪ੍ਰੇਮ ਪੈਦਾ ਕਰਨ ਵਾਸਤੇ ਸਾਡੇ ਉਹ ਸਹਾਈ ਹੋ ਸਕਦੇ ਆ। ਉਹਨਾਂ ਨੇ ਕਿਰਪਾ ਕੀਤੀ, ਇਹ ਪ੍ਰੇਮ ਜਿਹੜਾ ਉਹਨਾਂ ਨੇ ਬਖਸ਼ਿਸ਼ ਕੀਤੀ। ਸੰਤ ਸਹਾਈ ਪ੍ਰੇਮ ਕੇ ਹਉ ਤਾਂ ਕੇ ਲਾਗਾ ਭਾਈ, ਮੈਂ ਉਹਨਾਂ ਦੇ ਚਰਨਾਂ ਦੇ ਨਾਲ ਲੱਗ ਕੇ, ਚਰਨਾਂ ਦੇ ਨਾਲ ਜੁੜ ਕੇ ਉਹ ਰੱਬੀ ਪਿਆਰ ਬਖਸ਼ਿਸ਼ ਕੀਤਾ। ਇਹ ਪਿਆਰ ਰੱਬ ਦੇ ਪਿਆਰਿਆਂ ਤੋਂ ਹੀ ਮਿਲ ਸਕਦਾ, ਗੁਰਮੁਖਾਂ ਤੋਂ ਹੀ ਮਿਲ ਸਕਦਾ, ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਆ, ਤੇ ਉਹਨਾਂ ਤੋਂ ਪਿਆਰ ਜਿਹੜਾ ਹਾਸਲ ਕੀਤਾ ਜਾ ਸਕਦਾ, ਤਾਂ ਕਿ ਸਾਡੇ ਅੰਦਰ ਵੀ ਉਹ ਜਿਹੜਾ ਰੱਬੀ ਪਿਆਰ ਜਿਹੜਾ ਹੈ ਉਹ ਪੈਦਾ ਹੋ ਸਕੇ। ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾ ਰਹੇ ਹਨ, ਜਿਨੀ ਜਾਗਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਗਾਏ। ਆਪ ਤਿਆਗ ਬਿਨਤੀ ਕਰੈ ਲਿਓ ਪ੍ਰਭੂ ਲੜ ਲਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾ ਰਿਹਾ, ਵੈਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ। ਪ੍ਰਭੂ ਤੋਂ ਬਿਨਾਂ ਸੁਖ ਨਹੀਂ ਮਿਲ ਸਕਦਾ, ਤੇ ਜਿੰਨਾ ਚਿਰ ਉਹ ਪਰਮ ਸੁਖ ਨਹੀਂ ਮਿਲਦਾ, ਜਿੰਨਾ ਚਿਰ ਸਾਨੂੰ ਸਮਝ ਨਹੀਂ ਪੈਂਦੀ, ਉਹਨਾਂ ਚਿਰ ਦੁਬਿਧਾ ਜਿਹੜੀ ਹੈ ਮਨ ਦੀ ਜਾਂਦੀ ਨਹੀਂ। ਦੁਬਿਧਾ ਇਹਨੂੰ ਕਹਿੰਦੇ ਆ ਜਿਹੜਾ ਦੋਹੀਂ ਬੰਨੀ ਵਿਧਾ। ਕਈ ਵਾਰ ਮਨ 2 ਪਾਸੇ ਫਸਿਆ ਹੁੰਦਾ, ਇੱਕ ਕਦੇ ਸੰਸਾਰ ਵੱਲ ਨੂੰ ਖਿੱਚਦਾ ਤੇ ਕਦੇ ਕਰਤਾਰ ਵੱਲ ਨੂੰ ਖਿੱਚਦਾ। ਉਹਨੂੰ ਕਹਿੰਦੇ ਦੁਬਿਧਾ ਦੇ ਵਿੱਚ ਮਨ। ਦੁਬਿਧਾ ਦੇ ਵਿੱਚੋਂ ਮਨ ਨੂੰ ਕੱਢਣ ਵਾਸਤੇ ਰੱਬ ਦੇ ਸੱਚੇ ਪਿਆਰ ਦੀ ਲੋੜ ਆ। ਉਹ ਸੱਚਾ ਪਿਆਰ ਕਿੱਥੋਂ ਮਿਲੂਗਾ? ਕਿਹੜਾ ਕਿਸ ਤਰ੍ਹਾਂ ਮਿਲੂਗਾ? ਸੋ ਪਾਸਾ ਕਹਿੰਦੇ ਕਿ ਵੈਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਗਾਏ। ਵੀ ਜਿੰਨਾ ਚਿਰ
ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਜਿੰਨਾ ਚਿਰ ਪ੍ਰਭੂ ਦੀਆਂ ਬਖਸ਼ਿਸ਼ਾਂ ਨਹੀਂ ਹੁੰਦੀਆਂ ਉਹਨਾਂ ਚਿਰ ਕੋਈ ਸੁਖੀ ਨਹੀਂ ਹੁੰਦਾ। ਤੇ ਸੁਖ ਜਿਹੜੇ ਸੰਸਾਰੀ ਸੁਖ ਇਹਦੇ ਸੰਸਾਰੀ ਲੋਕ ਭੋਗਦੇ ਆ। ਅੱਜ ਭੋਗਿਆ ਤੇ ਘੜੀ ਨੂੰ ਕਿਹਾ ਜੀ ਉਹ ਸੁਖ ਚਲੇ ਗਿਆ ਤੇ ਫਿਰ ਉਹ ਦੁਖੀ ਹੋ ਜਾਂਦੇ ਆ। ਇੱਕ ਜਿਹੜਾ ਸਦਾ ਰਹਿਣ ਵਾਲਾ ਸੁਖ ਆ, ਉਹ ਸੁਖ ਤਾਂ ਹੀ ਸਾਡੇ ਅੰਦਰ ਟਿਕ ਸਕਦਾ ਜੇ ਸਾਡੇ ਅੰਦਰੋਂ ਦੁਬਦਾ ਚਲੇ ਜਾਵੇ। ਮਨ ਇੱਕ ਬੰਨੇ ਹੋ ਜਾਵੇ ਖੁਸ਼ੀਆਂ ਖੁਸ਼ੀਆਂ, ਖੇੜੇ ਖੇੜੇ, ਆਨੰਦ ਹੀ ਆਨੰਦ, ਰਹਿਮਤਾਂ ਹੀ ਰਹਿਮਤਾਂ, ਬਖਸ਼ਾਂ ਹੀ ਬਖਸ਼ਾਂ। ਜਿਹੜੇ ਦੁੱਖ ਸੁੱਖ ਹੈ ਇਹਦੇ ਦੁਬਦਾ ਦੇ ਕਾਰਨ ਹੈ। ਭਾਵ ਮਨ ਇੱਕ ਪਾਸੇ ਇੱਕ ਸਾਈਡ ਦੇ ਉੱਤੇ ਫਾਈਨਲ ਫੈਸਲਾ ਨਹੀਂ ਕਰਦਾ, ਕਦੇ ਇੱਧਰ ਨੂੰ ਜਾਂਦਾ ਕਦੇ ਇੱਧਰ ਨੂੰ ਜਾਂਦਾ। ਸੋ ਇੱਥੇ ਪਾਤਸ਼ਾਹ ਇਹ ਕਹਿ ਰਿਹਾ, ਵਿਣ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ। ਬਿਨਾਂ ਪ੍ਰਭੂ ਦੀ ਪ੍ਰਾਪਤੀ ਦੇ ਸੁਖੀ ਨਹੀਂ ਹੁੰਦਾ ਤੇ ਮਨ ਦੀ ਦੁਬਦਾ ਨਹੀਂ ਜਾਂਦੀ। ਤੇ ਜਿਨ੍ਹਾਂ ਦੀ ਦੁਬਦਾ ਚਲੇ ਗਈ ਹੈ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਚੱਲ ਪਏ, ਗੁਰੂ ਦੇ ਪਿਆਰਿਆਂ ਤੋਂ ਗੁਰਸਿੱਖਾਂ ਦੀ ਸੰਗਤ ਕਰਕੇ ਉਹ ਰੱਬੀ ਪਿਆਰ ਨੂੰ ਹਾਸਲ ਕਰ ਰਿਹਾ। ਸੋ ਉਹਦੇ ਵਾਸਤੇ ਪਾਤਸ਼ਾਹ ਫਰਮਾਨ ਕਰਦੇ ਆ, ਜਿਨੀ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਘਾਏ। ਜਿਹਨਾਂ ਨੂੰ ਰਸ ਆ ਗਿਆ, ਸੰਸਾਰ ਦੇ ਰਸ ਕਾਸੇ ਨੂੰ ਪ੍ਰਭਾਵਿਤ ਕਰਦੇ ਆ। ਇਹ ਪ੍ਰਸਾਦਾ ਸਕਦਾ ਕਹਿੰਦੇ ਬੜਾ ਆਨੰਦ ਆਇਆ। ਉਹ ਆਨੰਦ ਕਿੰਨਾ ਚਿਰ ਹੈ? ਜਿੰਨਾ ਚਿਰ ਸਾਡੀ ਬਰਕੀ ਜਿਹੜੀ ਹੈ ਸਾਡੇ ਮੂੰਹ ਚ ਪਾਈ ਅੰਦਰ ਨਹੀਂ ਜਾਂਦੀ, ਉਦੋਂ ਬਾਅਦ ਉਹ ਰਸ ਜਿਹੜਾ ਹੈ ਉਹ ਖਤਮ ਹੋ ਜਾਂਦਾ। ਪਰ ਜਿਹੜਾ ਰੱਬੀ ਰਸ ਆ ਇਹ ਕਦੇ ਘਟਦਾ ਨਹੀਂ, ਇਹਦਾ ਸਵਾਦ ਕਦੇ ਜਾਂਦਾ ਨਹੀਂ। ਉਹ ਕਿਹੜਾ ਰਸ ਆ? ਜਿਨ੍ਹਾਂ ਨੇ ਪ੍ਰੇਮ ਦੇ ਨਾਲ ਉਸ ਪ੍ਰਭੂ ਪਰਮੇਸ਼ਰ ਦੇ ਪਿਆਰ ਨੂੰ ਹਾਸਲ ਕਰ ਲਿਆ, ਜਿਨ੍ਹਾਂ ਨੇ ਸਵਾਦ ਨੂੰ ਚੱਖ ਲਿਆ, ਜਿਹਨਾਂ ਨੂੰ ਰਸ ਆ ਗਿਆ। ਜਿਹੜਾ ਜਿਹਨੂੰ ਰਸ ਆ ਜਾਵੇ ਫਿਰ ਉਹ ਦੁਨੀਆ ਦੇ ਰਸ ਚੰਗੇ ਨਹੀਂ ਲੱਗਦੇ। ਜਿਸ ਤਰ੍ਹਾਂ ਕੋਈ ਇਨਸਾਨ ਜਿਹੜਾ ਹੈ ਕੇਲੇ ਦਾ ਛਿੱਲੜ ਖਾਈ ਜਾਵੇ ਤੇ ਕੇਲਾ ਸਿੱਟੀ ਜਾਵੇ, ਜਿੱਦਣ ਕਿਤੇ ਉਹ ਕੇਲੇ ਨੂੰ ਖਾ ਲਵੇ ਜਿਹੜਾ ਸਵਾਦ ਆਵੇ ਉਹਨੂੰ ਫਿਰ ਪਤਾ ਲੱਗਦਾ ਮੈਂ ਤਾਂ ਛਿੱਲੜ ਹੀ ਖਾਈ ਗਿਆ, ਰਸ ਤਾਂ ਕੇਲੇ ਦੇ ਵਿੱਚ ਸੀ। ਇਸੇ ਤਰ੍ਹਾਂ ਹੀ ਜਦੋਂ ਕਿਸੇ ਨੂੰ ਆਤਮਿਕ ਗਿਆਨ ਹੁੰਦਾ, ਗੁਰੂ ਕਿਰਪਾ ਕਰਦਾ, ਫਿਰ ਉਹ ਮਹਿਸੂਸ ਕਰਦਾ ਮੇਰਾ ਜੀਵਨ ਕਿੱਦਾਂ ਉਦਾਂ ਹੀ ਲੰਘ ਗਿਆ, ਮੈਂ ਤਾਂ ਅਸਲੀ ਰਸ ਮਾਣਿਆ ਹੀ ਨਹੀਂ, ਮੈਂ ਤਾਂ ਸੰਸਾਰੀ ਰਸਾਂ ਕਸਾਂ ਦੇ ਵਿੱਚ ਜਿਸ ਤਰ੍ਹਾਂ ਕੇਲੇ ਦੇ ਛਿੱਲੜ ਵਿੱਚ ਹੀ ਆਨੰਦ ਲਈ ਜਾਂਦਾ, ਅਸਲੀ ਕੇਲਾ ਦਿਖਾਉਣ ਵਾਲਾ ਉਹ ਖਾਦਾ ਹੀ ਨਹੀਂ। ਭਾਵ ਜਿਹੜਾ ਪ੍ਰਭੂ ਪਰਮੇਸ਼ਰ ਦਾ ਨਾਮ ਸੁਖ ਦੇਣ ਵਾਲਾ ਉਹਨੂੰ ਮੈਂ ਮਾਣਿਆ ਹੀ ਨਹੀਂ। ਉਹ ਉਦੋਂ ਪਤਾ ਲੱਗਦਾ ਜਿਨ੍ਹਾਂ ਨੂੰ ਉਹ ਸਵਾਦ ਜਿਹੜੇ ਚੱਖ ਲੈਂਦੇ ਆ, ਜਿਨ੍ਹਾਂ ਨੂੰ ਆਨੰਦ ਖੁਸ਼ੀ ਨਜ਼ਾਰਾ ਆ ਜਾਂਦਾ। ਜਿਹਨੇ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਘਾਏ, ਉਹ ਤ੍ਰਿਪਤ ਹੋ ਜਾਂਦੇ। ਉਹਨਾਂ ਨੂੰ ਦੁਆਰਾ ਜਿਹੜੀ ਹੈਗੀ ਹੈ ਤੋੜ ਨਹੀਂ ਲੱਗਦੀ। ਦੁਆਰਾ ਜਿਹੜੀ ਹੈਗੀ ਹੈ ਉਹਨਾਂ ਦਾ ਮਨ ਵਿਚਲਿਤ ਨਹੀਂ ਹੁੰਦਾ। ਉਹ ਸਾਂ ਆਨੰਦ ਪਰਮ ਸੁਖ ਦੇ ਵਿੱਚ ਉਹ ਚਲੇ ਜਾਂਦੇ ਆ। ਉਹ ਰੱਬੀ ਖੁਸ਼ੀਆਂ ਮਾਣਦੇ ਆ। ਤੇ ਪਾਸੇ ਕਹਿੰਦੇ ਆਪ ਤਿਆਗ ਬੇਨਤੀ ਕਰੋ ਲਿਹੋ ਪ੍ਰਭੂ ਲੜ ਲਾਏ। ਆਪ ਤਿਆਗ ਕੇ ਬੇਨਤੀ ਕਰਨੀ, ਭਾਵ ਹਉਮੈ ਨੂੰ ਦੂਰ ਕਰਕੇ ਅਰਦਾਸ ਕਰਨੀ, ਮਨ ਨੂੰ ਨੀਵਾਂ ਕਰਕੇ ਅਰਦਾਸ ਕਰਨੀ ਕਿ ਪਾਤਸ਼ਾਹ ਕਿਰਪਾ ਕਰ, ਮਿਹਰ ਕਰ, ਦਇਆ ਕਰ, ਮੈਨੂੰ ਆਪਣੇ ਲੜ ਲਾ ਲਾ। ਮਿਹਰ ਕਰ ਸਤਿਗੁਰੂ, ਮੇਰੇ ਤੇ ਮਿਹਰ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਾ। ਇਹੀ ਮੇਰੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਆ, ਇਹੀ ਅਰਦਾਸ ਆ। ਇਹ ਤੂੰ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਲਾ ਸਕਦਾ। ਤੇਰੀ ਬਖਸ਼ਿਸ਼ ਦੇ ਨਾਲ ਹੀ ਮੇਰਾ ਮਨ ਜਿਹੜਾ ਹੈ ਉਹ ਤੇਰੇ ਨਾਲ ਕਰਨਾ ਨਾਲ ਜੁੜਿਆ ਰਹਿ ਸਕਦਾ। ਐਸੀ ਕਿਰਪਾ ਕਰ, ਮਿਹਰ ਕਰ। ਅਸੀਂ ਤੇਰੇ ਚਰਨਾਂ ਦੇ ਭੌਰੇ ਆ, ਤੇਰੇ ਚਰਨਾਂ ਦੀ ਧੂੜ ਆ। ਪਾਤਸ਼ਾਹ ਚਰਨਾਂ ਨੂੰ ਦੇ ਨਾਲ ਲਾ ਲਓ ਤਾਂ ਕਿ ਇਹ ਧੂੜ ਆਪ ਦੇ ਚਰਨਾਂ ਦੇ ਨਾਲ ਜੁੜ ਕੇ ਇਹ ਸੁਖੀ ਹੋ ਸਕਦੀ ਹੈ।
ਕਿਉਂ ਪਾਤਸ਼ਾਹ ਫਰਮਾਨ ਕਰ ਰਹੇ ਹਨ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦੇ ਨ ਜਾਏ। ਪ੍ਰਭ ਵਣ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ। ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰ ਰਾਏ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਰਾਹ ਦੱਸਦੇ ਆ। ਬਾਣੀ ਸਾਨੂੰ ਰਸਤਾ ਦੱਸਦੀ ਹੈ। ਜਿਹਨਾਂ ਰਸਤਿਆਂ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਆਪ ਚੱਲੇ, ਜਿਸ ਮਾਰਗ ਰਾਹੀਂ ਆਪਣੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜੇ, ਜਿਸ ਜਿਹੜੀ ਸੇਧ ਆਪਣੇ ਸਤਿਗੁਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਮਿਲੀ, ਉਹਨਾਂ ਨੂੰ ਬਾਣੀ ਰਾਹੀਂ ਸਾਡੇ ਵਾਸਤੇ ਕਿ ਅਸੀਂ ਉਹਨਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਰਸ ਨਾਲ ਭਰ ਲਈਏ। ਤੇ ਪਾਤਸ਼ਾਹ ਦੱਸਦੇ ਆ ਭਾਈ, ਜਿਨ੍ਹਾਂ ਨੂੰ ਇਹ ਰਸ ਆ ਗਿਆ, ਜਿਨ੍ਹਾਂ ਨੂੰ ਇਹ ਸਮਝ ਪੈ ਗਈ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦੇ ਨਾ ਜਾਏ। ਜਿਨ੍ਹਾਂ ਨੂੰ ਹਰੀ ਕੰਤ ਨੇ, ਹਰੀ ਪਰਮੇਸ਼ਰ ਨੇ, ਸਤਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਫਿਰ ਉਹ ਕਹਿੰਦੇ ਉਹਨਾਂ ਦਾ ਵਿਛੋੜਾ ਕਦੇ ਨਹੀਂ ਹੁੰਦਾ। ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਸ਼ਬਦ ਦੇ ਨਾਲ ਜੋੜ ਲਿਆ, ਬਾਣੀ ਦੇ ਨਾਲ ਜੋੜ ਲਿਆ, ਉਹਨਾਂ ਦਾ ਇਸ ਤਰ੍ਹਾਂ ਉਹ ਮਿਲ ਜਾਂਦੇ ਆ ਜਿਸ ਤਰ੍ਹਾਂ ਦੋ ਬੂੰਦਾਂ ਪਾਣੀ ਦੀਆਂ ਸਮੁੰਦਰ ਦੇ ਵਿੱਚ ਮਿਲ ਜਾਣ। ਜਿਹੜੀ ਬੂੰਦ ਹੈ ਸਮੁੰਦਰ ਦੇ ਵਿੱਚ ਮਿਲ ਜਵੇ, ਜਿਸ ਤਰ੍ਹਾਂ ਉਹ ਬੂੰਦ ਸਮੁੰਦਰ ਬਣ ਜਾਂਦੀ ਹੈ, ਇਸੇ ਤਰ੍ਹਾਂ ਹੀ ਜਿਹੜਾ ਗੁਰਸਿੱਖ ਆ, ਗੁਰੂ ਦਾ ਪਿਆਰਾ, ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ, ਗੁਰੂ ਕਿਰਪਾ ਕਰ ਦਿੰਦਾ, ਉਹ ਗੁਰੂ ਦਾ ਰੂਪ ਹੋ ਜਾਂਦੇ ਆ, ਉਹ ਸਮੁੰਦਰ ਬਣ ਜਾਂਦੇ ਆ। ਫਿਰ ਉਹ ਜਿਹੜੀ ਬੂੰਦ ਆ ਜਿਹੜੀ ਸਮੁੰਦਰ ਵਿੱਚ ਮਿਲੀ ਆ, ਉਹ ਕੋਈ ਵੀ ਸਮਰੱਥ ਨਹੀਂ ਉਸ ਬੂੰਦ ਨੂੰ, ਪਾਣੀ ਨੂੰ ਉਸ ਸਮੁੰਦਰ ਤੋਂ ਵੱਖ ਕਰ ਦੇਵੇ, ਕਿਉਂਕਿ ਤਾਂ ਮਿਲ ਗਈ। ਪਾਣੀ ਸਮੁੰਦਰ ਦੇ ਵਿੱਚੋਂ ਬੂੰਦ ਮਿਲ ਗਈ, ਉਹਦਾ ਕੀ ਰੂਪ ਹੋ ਗਿਆ? ਪਾਣੀ ਰੂਪ ਹੋ ਗਿਆ, ਉਹਦਾ ਸਮੁੰਦਰ ਬਣ ਗਈ। ਉਹ ਸਮੁੰਦਰ ਤੋਂ ਉਹਨੂੰ ਵੱਖ ਕਰਨ ਵਾਲਾ ਕੋਈ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਗੁਰਸਿੱਖ, ਗੁਰੂ ਦਾ ਪਿਆਰਾ, ਗੁਰਮੁਖ ਨਾਮ ਜਪਣ ਵਾਲਾ, ਜਦੋਂ ਜਪਦਾ ਜਪਦਾ ਉਹਦਾ ਰੂਪ ਹੋ ਜਾਂਦਾ, ਤੇ ਫਿਰ ਉਹਨੂੰ ਕੋਈ ਉਸ ਆਨੰਦ ਤੋਂ ਵੱਖਰਾ ਨਹੀਂ ਕਰ ਸਕਦਾ, ਉਸ ਪਰਮੇਸ਼ਰ ਤੋਂ ਉਹਨੂੰ ਕੋਈ ਦੂਰ ਨਹੀਂ ਕਰ ਸਕਦਾ। ਕਿਉਂ? ਉਹ ਸਮੁੰਦਰ ਬਣ ਗਿਆ। ਜੋ ਹਰ ਕੰਤ ਮਿਲਾਈਆਂ, ਜੋ ਹਰੀ ਕੰਤ ਨੇ, ਹਰੀ ਪਰਮੇਸ਼ਰ ਨੇ, ਸਤਿਗੁਰ ਨੇ, ਜਿਹੜੀਆਂ ਉਹ ਰੂਹਾਂ ਨੂੰ ਹਰੀ ਕੰਤ ਨੇ ਆਪਣੇ ਨਾਲ ਮਿਲਾ ਲਿਆ, ਪਤੀ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ, ਸੇ ਵਿਛੜ ਕਦੇ ਨਾ ਜਾਏ। ਉਹਨਾਂ ਦਾ ਫਿਰ ਮੁੜ ਕੇ ਵਿਛੋੜਾ ਨਹੀਂ ਹੁੰਦਾ। ਤੂੰ ਗੁਰਮੁਖ ਪਿਆਰਿਓ, ਜਿਨ੍ਹਾਂ ਨੂੰ ਹਰੀ ਕੰਤ ਤੋਂ ਜਿਹੜੀਆਂ ਦੂਰ ਆ ਰੂਹਾਂ, ਭਾਵ ਸਤਿਗੁਰ ਨੂੰ ਜਿਨ੍ਹਾਂ ਨੂੰ ਆਪਣਾ ਰੂਪ ਨਹੀਂ ਬਣਾਇਆ, ਉਹਨਾਂ ਦੇ ਵਾਸਤੇ ਜੰਮਣਾ ਵੀ ਹੈ ਤੇ ਉਹਨਾਂ ਵਾਸਤੇ ਮਰਨਾ ਵੀ ਹੈ। ਦੋਨੋਂ ਚੀਜ਼ਾਂ ਉਹਨਾਂ ਦੀਆਂ ਉਹਨਾਂ ਚਿਰ ਨਹੀਂ ਛੁੱਟਣੀਆਂ ਜਿੰਨਾ ਚਿਰ ਹਰੀ ਕੰਤ ਨੇ, ਪਰਮੇਸ਼ਰ ਨੇ ਆਪਣੇ ਨਾਲ ਨਾ ਮਿਲਾਇਆ। ਤੇ ਉਹਨਾਂ ਰੂਹਾਂ ਦੀ ਪਾਤਸ਼ਾਹ ਗੱਲ ਕਰ ਲਿਆ, ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ। ਜੋ ਹਰ ਕੰਤ ਮਿਲਾਇਆ ਸੇ ਵਿਛੜ ਕਦੇ ਨਾ ਜਾਏ। ਉਹਨਾਂ ਦਾ ਫਿਰ ਵਿਛੋੜਾ ਨਹੀਂ ਹੁੰਦਾ। ਉਹ ਤਾਂ ਰੱਬ ਦਾ ਰੂਪ ਬਣ ਜਾਂਦੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨ ਜਾਣੋ ਮਾਨਸ ਦੇਹਾ। ਉਹ ਮਨੁੱਖਾ ਦੇਹ ਦੇ ਵਿੱਚ ਰਹਿ ਕੇ ਉਹ ਪਰਮੇਸ਼ਰ ਨੂੰ ਯਾਦ ਕਰਦੇ ਆ। ਸੋ ਪਾਤਸ਼ਾਹ ਇੱਥੇ ਸਾਨੂੰ ਦੱਸਦੇ ਆ ਕਿ ਭਾਈ
ਜਿਹੜੇ ਜੁੜੇ ਹੋਏ ਆ ਉਹਨਾਂ ਦਾ ਲੱਛਣ ਕੀ ਹੈ ਤੇ ਉਹਨਾਂ ਦਾ ਜੀਵਨ ਕੀ ਹੈ ਤੇ ਉਹਨਾਂ ਦੀ ਆਖਰੀ ਮੰਜ਼ਿਲ ਕੀ ਹੈ। ਜੋ ਹਰ ਕੰਤ ਮਲਾਈਆ ਸੇ ਵਿਛੜ ਕਦੇ ਨਾ ਜਾਏ, ਉਹਨਾਂ ਦਾ ਮੁੜ ਕੇ ਵਿਛੋੜਾ ਨਹੀਂ ਹੁੰਦਾ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਮਾਏ। ਪਰਮੇਸ਼ਰ ਤੋਂ ਬਿਨਾ ਹੋਰ ਦੂਸਰਾ ਹੈ ਹੀ ਕੋਈ ਨਹੀਂ। ਪਰਮੇਸ਼ਰ ਹੀ ਹੈ, ਜਲੇ ਥਲੇ ਜੋ ਕੁਛ ਵੀ ਹੈ, ਸਾਰਾ ਸੰਸਾਰ ਨਾਮ ਦੇ ਆਸਰੇ ਤੇ ਹੈ। ਨਾਮ ਦੇ ਆਸਰੇ ਦੇ ਉੱਤੇ ਹੀ ਖੰਡ ਬ੍ਰਹਿਮੰਡ ਜੋ ਕੁਛ ਵੀ ਟਿਕਿਆ ਹੋਇਆ, ਇਹ ਨਾਮ ਦੇ ਆਸਰੇ ਦੇ ਉੱਤੇ ਟਿਕਿਆ। ਇਹਨਾਂ ਨੂੰ ਕਿਸੇ ਨੇ ਕੋਈ ਥੰਮੀ ਦੇ ਕੇ ਨਹੀਂ ਅਟਕਾਇਆ ਹੋਇਆ। ਇਹ ਉਹਦੇ ਹੁਕਮ ਵਿੱਚ ਚੱਲਦੇ ਆ। ਹੁਕਮ ਵਿੱਚ ਸੂਰਜ ਚੜ੍ਹਦਾ, ਹੁਕਮ ਦੇ ਵਿੱਚ ਚੰਦਰਮਾ ਚੜ੍ਹਦਾ। ਇਹ ਕਦੇ ਲੇਟ ਨਹੀਂ ਹੁੰਦੇ, ਇਹ ਆਪਣੀ ਡਿਊਟੀ ਕਰਦੇ ਆ। ਇਹ ਸਾਰਾ ਸੰਸਾਰ ਇੱਕ ਸਿਸਟਮ ਦੇ ਵਿੱਚ ਸਤਿਗੁਰੂ ਨੇ, ਅਕਾਲ ਪੁਰਖ ਵਾਹਿਗੁਰੂ ਨੇ ਪੁਰਵਾਇਆ ਹੋਇਆ। ਤੇ ਉਹ ਵਰਤਾਰਾ ਜਿਹੜਾ ਹੈ ਉਹ ਦਿਨ ਰਾਤ ਚੱਲੀ ਜਾਂਦਾ। ਸੋ ਪਾਤਸ਼ਾਹ ਨੇ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ ਉਹ ਆਪਣੇ ਬਣਾ ਲੈ। ਵੈਣ ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਮਾਏ। ਪਰਮੇਸ਼ਰ ਤੋਂ ਬਿਨਾਂ ਦੂਸਰਾ ਹੋਰ ਕੋਈ ਹੈ ਹੀ ਨਹੀਂ। ਸਿਰਫ ਇਹ ਸਮਝ ਗੁਰੂ ਦਿੰਦਾ, ਗੁਰੂ ਕਿਰਪਾ ਕਰਕੇ ਹੰਕਾਰ ਦੀ ਕੰਧ ਨੂੰ ਕੱਢ ਦਿੰਦਾ ਤੇ ਫਿਰ ਸਾਰੇ ਪਰਮੇਸ਼ਰ ਦਿਖਣਾ ਸ਼ੁਰੂ ਹੋ ਜਾਂਦਾ। ਇਹ ਜਿਹੜੇ ਨਾਮ ਜਪਦੇ ਆ ਗੁਰੂ ਸਿੱਖ, ਗੁਰੂ ਦੇ ਪਿਆਰੇ, ਜਿਨ੍ਹਾਂ ਦੀ ਬਖਸ਼ਿਸ਼ ਆਉਂਦੀ ਹੈ, ਉਹਨਾਂ ਨੂੰ ਇਹ ਰੱਬੀ ਬਾਣੀ ਦੀ ਪੂਰੀ ਸਮਝ ਆਉਂਦੀ ਹੈ। ਕਿਉਂਕਿ ਇਹ ਜਿਹੜੀ ਰੱਬੀ ਬਾਣੀ ਹੈ, ਇਹ ਨਾਮ ਜਪਣ ਵਾਲਿਆਂ ਦੀ ਬਾਣੀ ਹੈ ਤੇ ਨਾਮ ਜਪਣ ਦੇ ਨਾਲ ਹੀ, ਕਮਾਈ ਕਰਨ ਦੇ ਨਾਲ ਹੀ ਇਹਦੀ ਸਮਝ ਆਉਂਦੀ ਹੈ। ਮੇਰੀ ਬਾਣੀ ਪੜ੍ਹ ਕੇ ਉੱਥੇ ਅਸੀਂ ਨਹੀਂ ਪਹੁੰਚ ਸਕਦੇ। ਅਭਿਆਸ ਕਰਕੇ ਜਿਸ ਰਾਹ ਦੇ ਉੱਤੇ ਸਤਿਗੁਰ ਸਾਨੂੰ ਤੋਰਦੇ ਆ, ਬਾਣੀ ਦੇ ਨਾਲ ਜੁੜ ਕੇ ਅਸੀਂ ਇਹ ਅਨੁਭਵ, ਇਹ ਬਖਸ਼ਿਸ਼ਾਂ ਮਾਣ ਸਕਦੇ। ਸੋ ਪਾਤਸ਼ਾਹ ਕਹਿੰਦੇ ਆ ਕਿ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਦੁਬਦਾ ਨਹੀਂ ਜਾਂਦੀ ਤੇ ਦੁਬਦਾ ਜਾਣ ਤੋਂ ਬਿਨਾਂ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ। ਤੇ ਜਿਨ੍ਹਾਂ ਨੂੰ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਕਿਰਪਾ ਕਿਹਨਾਂ ਦੇ ਉੱਤੇ ਹੁੰਦੀ ਹੈ? ਜਿਹੜੇ ਹਰੀ ਦੀ ਸ਼ਰਨ ਵਿੱਚ ਨਹੀਂ ਜਾਂਦੇ, ਜਿਹੜੇ ਸਿਰ ਸਿੱਟ ਦਿੰਦੇ ਆ ਕਿ ਪਾਤਸ਼ਾਹ ਮੈਂ ਤੇਰੀ ਸ਼ਰਨਾ, ਚੰਗਾ ਮਾੜਾ ਪਾਪੀ ਆ ਪੁੰਨੀ ਆ ਜੋ ਵੀ ਹੈ, ਮੈਂ ਤੇਰੀ ਸ਼ਰਨਾ, ਮੈਨੂੰ ਬਖਸ਼ ਲਾ, ਰਹਿਮਤ ਕਰਦੇ, ਮੈਨੂੰ ਰਾਹੇ ਪਾ ਦੇ, ਮਿਹਰ ਕਰਦੇ। ਜਦੋਂ ਸਤਿਗੁਰੂ ਟੁੱਟ ਜਾਂਦੇ ਆ, ਦਿਆਲੂ ਹੋ ਕੇ ਗੁਰਸਿੱਖ ਦੀ ਬਖਸ਼ਿਸ਼ਾਂ ਕਰਦੇ ਆ, ਉਹ ਬਖਸ਼ਿਸ਼ਾਂ ਸਾਨੂੰ ਸਾਰਿਆਂ ਨੂੰ ਲੈਣ ਦੀ ਲੋੜ ਆ। ਅਸੂ ਸੁਖੀ ਵਿਸੰਦੀਆਂ ਜਿਹਨਾਂ ਮਿਆ ਹਰ ਅਸੂ ਦੇ ਮੁਹੱਨੇ ਦੇ ਵਿੱਚ ਉਹ ਗੁਰਸਿੱਖ, ਗੁਰਮੁਖ, ਰੱਬ ਦੀਆਂ ਪਿਆਰੀਆਂ, ਰੱਬ ਦੇ ਨਾਲ ਰੰਗੀਆਂ ਰੂਹਾਂ ਸੁਖੀ ਬਸਦੀਆਂ। ਜਿਹੜੀਆਂ ਰੂਹਾਂ ਜਿਹਨਾਂ ਮਿਆ ਹਰ ਮੈਂ ਕਿਰਪਾ, ਜੇ ਮੈਨੂੰ ਕਰਨਾ ਹੁੰਦੇ ਫਿਰ ਮਾਇਆ ਆ ਜਾਂਦੀ ਹੈ। ਜਿਹੜੀ ਮਾਇਆ ਹੈ ਇਹ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ, ਕਿਉਂਕਿ ਮਾਇਆ ਤੇ ਪਰਮੇਸ਼ਰ ਦੇ ਵਿੱਚ ਇਹੀ ਬਾੜਾ, ਇਹੀ ਦੁਬਦਾ ਖਤਮ ਕਰਨ ਵਾਸਤੇ ਸਾਰਾ ਜੀਵਨ ਲੱਗ ਜਾਂਦਾ। ਪਰ ਕਹਿੰਦੇ ਜਿਨ੍ਹਾਂ ਦੇ ਉੱਤੇ ਮਾਇਆ ਹੋਗੀ, ਅਸੂ ਸੁਖੀ ਵਿਸੰਦੀਆਂ, ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ, ਜਿਨ੍ਹਾਂ ਨੇ ਹਰੀ ਨੂੰ ਜਪ ਲਿਆ, ਹਰੀ ਨੂੰ ਧਿਆਇਆ, ਹਰੀ ਨੂੰ ਹਿਰਦੇ ਵਿੱਚ ਵਸਾ ਲਿਆ, ਉਹ ਰੂਹਾਂ ਸੁਖੀ ਵਸਦੀਆਂ, ਆਨੰਦ ਵਿੱਚ ਵਸਦੀਆਂ, ਮੌਜਾਂ ਲੈਂਦੀਆਂ। ਤੇ ਉਹ ਮੌਜਾਂ ਸਾਰੀਆਂ ਗੁਰਸੰਗਤਾਂ ਮਾਣਨ ਕਿ ਸਮਝ ਲੈ ਕੇ ਆਪਾਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਉਪਦੇਸ਼ ਸੰਦੇਸ਼ ਦਿੱਤਾ ਇਸ ਮਹੀਨੇ ਦਾ, ਇਹਨੂੰ ਆਪਾਂ ਹਿਰਦੇ ਵਿੱਚ ਵਸਾਉਣਾ। ਸਵਾਸ ਸਵਾਸ ਗੁਰੂ ਦੇ ਲੇਖੇ ਲੱਗ ਜਾਏ, ਯਤਨ ਕਰਨਾ, ਅਰਦਾਸ ਕਰਨੀ ਹੈ, ਕਿਉਂਕਿ ਸਾਰੀ ਕਿਰਪਾ ਗੁਰੂ ਹੀ ਕਰਨ ਵਾਲਾ, ਰਹਿਮਤਾਂ ਕਰਨ ਵਾਲਾ ਸਤਿਗੁਰੂ ਆ। ਆਪਾਂ ਤਾਂ ਅਰਦਾਸਾਂ ਹੀ ਕਰ ਸਕਦੇ ਹਾਂ ਤੇ ਅਰਦਾਸਾਂ ਕਰਨੀਆਂ। ਪਾਤਸ਼ਾਹ ਜਿੰਨੇ ਕੁ ਸਵਾਸ ਦਿੰਦੇ ਆ, ਇਹਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ
ਤੇ ਤੁਸੀਂ ਕਿਰਪਾ ਕਰਕੇ ਜਿਹੜਾ ਮਨੁੱਖਾ ਜੀਵਨ ਵੀ ਤੁਸੀਂ ਬਖਸ਼ਿਆ, ਇਹ ਰਹਿਮਤਾਂ ਵੀ ਤੁਸੀਂ ਕਰਨੀਆਂ। ਹੋ ਪਾਪੀ ਤੂੰ ਬਖਸ਼ਣਹਾਰ, ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਰਨਾ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਦੀ ਬਾਣੀ ਪ੍ਰਵਾਨ ਕਰ ਮਿਹਰ ਕਰ।